ਸਤਿ ਸ਼੍ਰੀ ਅਕਾਲ ਜੀ। ਕਹਾਣੀ ਜ਼ਿੰਦਗੀ ਦੀ ਲੈ ਕੇ ਹਾਜ਼ਰ ਹਾਂ ਤੁਹਾਡੇ ਸਾਹਮਣੇ ਇੱਕ ਵਾਰੀ ਫੇਰ। ਕਹਾਣੀ ਜ਼ਿੰਦਗੀ ਦੇ ਵਿੱਚ ਅੱਜ ਮੈਂ ਇੱਕ ਕਹਾਣੀ ਲੈ ਕੇ ਆਈ ਹਾਂ ਸਾਡੇ ਪੰਜਾਬ ਤੋਂ। ਪੰਜਾਬ ਦਾ ਨਾਮ ਸੁਣ ਕੇ ਤੁਹਾਨੂੰ ਸਾਰਿਆਂ ਨੂੰ ਲੱਗ ਰਿਹਾ ਹਿੰਦੁਸਤਾਨ ਦਾ ਪੰਜਾਬ। ਅੱਜ ਮੈਂ ਕਹਾਣੀ ਲੈ ਕੇ ਆਈ ਹਾਂ ਸਾਡੇ ਪਾਕਿਸਤਾਨ ਦੇ ਪੰਜਾਬ ਦੇ ਵਿੱਚੋਂ। ਪਾਕਿਸਤਾਨ ਦੇ ਵਿੱਚੋਂ ਪੰਜਾਬ। ਉੱਥੋਂ ਇੱਕ ਮੈਂ ਬਹੁਤ ਹੀ ਐਸੀ ਸ਼ਖਸੀਅਤ ਨੂੰ ਲੈ ਕੇ ਆਈ ਹਾਂ ਜਿਨ੍ਹਾਂ ਦੇ ਬਾਰੇ ਤੁਸੀਂ ਵੀ ਸੁਣ ਕੇ ਥੋੜ੍ਹੇ ਹੈਰਾਨ ਵੀ ਹੋਵੋਗੇ, ਪਰ ਮੈਂ ਉਮੀਦ ਕਰਦੀ ਹਾਂ ਕਿ ਜਦੋਂ ਮੈਂ ਉਹਨਾਂ ਬਾਰੇ ਦੱਸਾਂਗੀ ਤੁਹਾਨੂੰ ਵੀ ਗਰਵ ਮਹਿਸੂਸ ਹੋਏਗਾ। ਕਹਾਣੀ ਜ਼ਿੰਦਗੀ ਦੇ ਵਿੱਚ ਅੱਜ ਜਿਹੜੇ ਮੇਰੇ ਨਾਲ ਇਸ ਵੇਲੇ ਸਾਡੇ ਗੈਸਟ ਹੈਗੇ ਆ, ਸਭ ਤੋਂ ਪਹਿਲਾਂ ਮੈਂ ਥੋੜ੍ਹਾ ਜਿਹਾ ਉਹਨਾਂ ਬਾਰੇ ਦੱਸ ਦੇਵਾਂ। ਇੱਕ ਔਰਤ ਹੋਣ ਦੇ ਨਾਲ ਨਾਲ ਉਹ ਇੱਕ ਮਾਂ ਵੀ ਆ, ਨਾਨੀ ਵੀ ਆ ਅਤੇ ਦਾਦੀ ਵੀ ਆ। ਲੇਕਿਨ ਜਦੋਂ ਮੈਨੂੰ ਉਹਨਾਂ ਦੇ ਬਾਰੇ ਪਤਾ ਲੱਗਿਆ, ਜਦੋਂ ਮੈਂ ਉਹਨਾਂ ਦੇ ਬਾਰੇ ਸਰਚ ਕੀਤੀ, ਜਦੋਂ ਮੈਂ ਉਹਨਾਂ ਨੂੰ ਪੁੱਛਿਆ ਮੇਰੇ ਸ਼ੋਅ ਦੇ ਵਿੱਚ ਆਉਣ ਲਈ, ਤੇ ਮੈਂ ਵੀ ਬਹੁਤ ਹੀ ਹੈਰਾਨ ਵੀ ਹੋਈ ਸੀ ਤੇ ਨਾਲ ਦੀ ਨਾਲ ਮੈਂ ਪ੍ਰਾਊਡ ਵੀ ਫੀਲ ਕੀਤਾ ਸੀਗਾ। ਹੈਰਾਨ ਇਸ ਤਰ੍ਹਾਂ ਹੋਈ ਸੀ ਕਿਉਂਕਿ ਜਿਹੜੇ ਮੁਕਾਮ ਤੇ ਉਹ ਇਸ ਵੇਲੇ ਬੈਠੇ ਆ, ਜਿਹੜੇ ਉਚਾਈਆਂ ਤੇ ਉਹ ਪਹੁੰਚ ਚੁੱਕੇ ਆ, ਇੱਕ ਔਰਤ ਦੇ ਲਈ ਉਸ ਮੁਕਾਮ ਤੇ ਉਸ ਉਚਾਈ ਤੇ ਪਹੁੰਚਣਾ ਬਹੁਤ ਮੁਸ਼ਕਿਲ ਹੁੰਦਾ ਆ, ਆਸਾਨ ਨਹੀਂ ਹੁੰਦਾ। ਅੱਜ ਉਹਨਾਂ ਦੇ ਹੀ ਬਾਰੇ ਗੱਲਬਾਤ ਕਰਾਂਗੇ ਕਹਾਣੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਦੀ ਇਹ ਜਰਨੀ ਜਿਹੜੀ ਹੈਗੀ ਆ ਪੰਜਾਬ, ਜਾਨੀ ਕਿ ਪਾਕਿਸਤਾਨ ਦਾ ਪੰਜਾਬ ਤੋਂ ਲੈ ਕੇ ਇਸ ਮੁਲਕ ਤੱਕ ਉਹਨਾਂ ਦੀ ਜਰਨੀ ਕਿੱਦਾਂ ਰਹੀ ਤੇ ਕੀ ਉਹ ਕਰ ਰਹੇ ਆ, ਕੀ ਉਹਨਾਂ ਨੂੰ ਮੁਸ਼ਕਲਾਂ ਆਈਆਂ, ਉਹਨਾਂ ਸਾਰਿਆਂ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦੀ ਹਾਂ ਮੇਰੇ ਸ਼ੋਅ ਦੇ ਵਿੱਚ ਸੋਫੀਆ ਮਹਿਮੂਦ ਤੁਹਾਡਾ। ਸੋਫੀਆ ਜੀ ਹੈਲੋ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੋਤੀ ਜੀ ਸਭ ਤੋਂ ਪਹਿਲਾਂ ਮੈਂ ਤੁਸਾਂ ਦਾ ਸ਼ੁਕਰੀਆ ਅਦਾ ਕਰਨੀ ਆ ਔਰ ਸੰਗਤ ਟੀਵੀ ਦੀ ਟੀਮ ਦਾ ਸ਼ੁਕਰੀਆ ਅਦਾ ਕਰਨੀ ਆ ਜਿਨ੍ਹਾਂ ਨੇ ਮੈਨੂੰ ਬੁਲਾਇਆ ਜੀ ਔਰ ਬਹੁਤ ਇੱਜ਼ਤ ਬਖਸ਼ੀ। ਸ਼ੁਕਰੀਆ ਬਹੁਤ ਬਹੁਤ। ਨਹੀਂ, ਸ਼ੁਕਰੀਆ ਤਾਂ ਮੈਨੂੰ ਤੁਹਾਡਾ ਵੀ ਕਰਨਾ ਚਾਹੀਦਾ, ਬਿਕੋਜ਼ ਜਦੋਂ ਮੈਂ ਇਹਨਾਂ ਬਾਰੇ ਥੋੜ੍ਹੀ ਜਿਹੀ ਸਰਚ ਕੀਤੀ ਮੈਨੂੰ ਪਤਾ ਲੱਗਿਆ ਤੇ ਮੈਂ ਖੁਦ ਵੀ ਹੈਰਾਨ ਸੀ ਤੁਹਾਡੇ ਬਾਰੇ ਵੀ ਤੁਸੀਂ ਜਿਹੜੇ ਅੱਜ ਮੁਕਾਮ ਤੇ ਪਹੁੰਚੇ ਆ, ਤੇ ਉਹਦੇ ਬਾਰੇ ਵੀ ਆਪਾਂ ਜ਼ਰੂਰ ਗੱਲ ਕਰਾਂਗੇ। ਸਭ ਤੋਂ ਪਹਿਲਾਂ ਮੈਂ ਸੋਫੀਆ ਜੀ ਜਾਣਨਾ ਚਾਹੁੰਦੀ ਹਾਂ ਕਿ ਤੁਸੀਂ ਆਪਣੇ ਪੰਜਾਬ ਤੋਂ ਕਹਿ ਲਓ ਇਸ ਮੁਲਕ ਦੇ ਇਸ ਧਰਤੀ ਤੇ ਤੁਸੀਂ ਕਿੱਦਾਂ ਪਹੁੰਚੇ ਹੈਗੇ ਆ? ਜੀ ਮੈਂ ਛੋਟੀ ਉਮਰ ਦੀ ਸਾਂ, ਤਕਰੀਬਨ 15-16 ਸਾਲ ਦੀ ਸਾਂ ਤੇ ਇਸ ਮੁਲਕ 'ਚ ਆ ਕੇ ਸ਼ਾਦੀ ਕਰਕੇ ਆਈ ਹਾਂ। ਹਾਂਜੀ। ਤੇ ਜ਼ਾਹਿਰ ਹੀ ਹੈ ਇੱਕ ਔਰਤ ਹੋਣੇ ਦੇ ਨਾਤੇ ਸ਼ਾਦੀ ਤੋਂ ਬਾਅਦ ਫਿਰ ਉਹ ਮੈਰਿਡ ਲਾਈਫ ਬਿਜ਼ੀ ਹੋ ਜਾਂਦੀ ਹੈ ਬੱਚਿਆਂ ਨਾਲ ਜੀ। ਲੇਕਿਨ ਐਕਸਪੈਕਟੇਸ਼ਨ ਸਭ ਦੀ ਸੀ, ਬੇਸ਼ੱਕ ਉਮਰ ਛੋਟੀ ਸੀ, ਕਿ ਇੱਕ ਸ਼ਾਦੀशुदा औरत ਕੰਮ ਸਾਰੇ ਕਰਦੀ ਰਹੀਆਂ ਤੇ ਰੱਬ ਦਾ ਸ਼ੁਕਰ ਹੈ ਕਿ ਇੱਕ ਅੱਛੇ ਖਾਨਦਾਨ ਦੀ ਬੇਟੀ ਸਾਂ, ਇੱਕ ਅੱਛੀ ਨੇਚਰ ਦੀ ਸਾਂ ਜੀ ਤੇ ਕੰਮ ਕਰਦੀ ਰਹੀਆਂ। ਸ਼ੌਕ ਮੇਰਾ ਜਿਹੜਾ ਨਾ ਜ਼ਾਤੀ ਮੇਰਾ ਸ਼ੌਕ ਸੀ, ਬਿਊਟੀ ਵਾਲੇ ਪਾਸੇ ਮੇਰਾ ਬਹੁਤ ਰੁਝਾਨ ਸੀ ਜੀ। ਲੇਕਿਨ ਉਸ ਵਕਤ ਤੁਸੀਂ ਕਹਿ ਲਓ ਤਕਰੀਬਨ 35-36 ਸਾਲ ਪਹਿਲਾਂ ਜੀ ਇਸ ਬਾਰੇ ਵਿੱਚ ਬਹੁਤ ਘੱਟ ਗੱਲ ਹੁੰਦੀ ਸੀ, ਕਰਨ ਨਹੀਂ ਦਿੰਦੇ ਸੀਗੇ, ਕਰਨ ਨਹੀਂ ਦਿੰਦੇ। ਔਰ ਪਾਰਲਰ ਨੂੰ ਜਿਹੜਾ ਵਾ ਨਾ ਸਾਡੇ ਲੋਕ, ਭਾਵੇਂ ਏਸ਼ੀਅਨ ਲੋਕ ਇੰਡੀਆ ਦੇ ਪਾਕਿਸਤਾਨ ਦੇ ਸੇਮ ਸਾਡੇ ਵੀ ਹਾਂਜੀ ਨਹੀਂ ਚੰਗਾ ਮੰਨਦੇ ਸੀ, ਨਹੀਂ ਚੰਗਾ ਸਮਝਦੇ ਸਨ। ਤੇ ਲੇਕਿਨ ਮੈਨੂੰ ਬਜ਼ਾਤੇ ਖੁਦ, ਕਿਉਂਕਿ ਮੈਂ ਸ਼ਹਿਰ ਤੋਂ ਆਈ ਹਾਂ ਔਰ ਮੇਰੀ ਹੌਬੀ ਹੈ, ਮੈਨੂੰ ਸ਼ੌਕ ਸੀ ਸ਼ੁਰੂ ਤੋਂ, ਮੈਂ ਕਾਫੀ ਕੁਝ ਕਰਦੀ ਸਾਂ ਆਪਣੇ ਸਕੂਲ ਟਾਈਮ ਜੀ, ਥਰੈਡਿੰਗ ਵਗੈਰਾ ਜਾਂ ਬਿਊਟੀ ਦਾ ਥੋੜਾ ਬਹੁਤ ਕਰਦੀ ਸਾਂ ਔਰ ਆਪਣੀ ਥੋੜੀ ਬਹੁਤ ਦੇਖਭਾਲ ਕਰਦੀ ਸਾਂ ਜੀ। ਇੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਜ਼ਰੂਰ ਦੱਸਣਾ ਚਾਹੁੰਦੀ ਹਾਂ ਕਿ ਸਾਡੇ ਸੋਫੀਆ ਮਹਿਮੂਦ ਜਿਹੜੇ ਹੈਗੇ ਆ ਇੱਕ ਬਹੁਤ ਹੀ ਵਧੀਆ ਮੇਕਅਪ ਹੇਅਰ ਡਰੈਸਰ ਹੈਗੇ ਆ, ਮੇਕਅਪ ਆਰਟਿਸਟ ਹੈਗੇ ਆ, ਜਿਨ੍ਹਾਂ ਨੇ ਬਹੁਤ ਹੀ ਬੜਾ ਮੁਕਾਮ ਹਾਸਲ ਕੀਤਾ, ਜਿਹਦੇ ਬਾਰੇ ਆਪਾਂ ਜ਼ਰੂਰ ਗੱਲਬਾਤ ਕਰਾਂਗੇ। ਉਸ ਗੱਲ ਤੇ ਵੀ ਜ਼ਰੂਰ ਅਸੀਂ ਆਵਾਂਗੇ। ਜਿੱਦਾਂ ਕਿ ਤੁਸੀਂ ਹੁਣੇ ਸੋਫੀਆ ਜੀ ਕਿਹਾ ਕਿ ਸੇਮ ਸਾਡੇ ਏਸ਼ੀਅਨ ਸੁਸਾਇਟੀ ਦੇ ਵਿੱਚ ਲੇਡੀਜ਼ ਨੂੰ ਇਹਨਾਂ ਚੀਜ਼ਾਂ ਵਿੱਚ ਅੱਗੇ ਨਹੀਂ ਜਾਣ ਦਿੱਤਾ ਜਾਂਦਾ, ਚੰਗਾ ਨਹੀਂ ਸਮਝਦੇ ਸੀ ਸਾਡੇ ਜਿਹੜੇ ਪੇਰੈਂਟਸ ਸੀਗੇ ਟਾਈਮ ਦੇ। ਚਲੋ ਅਸੀਂ ਗੱਲ ਜੇ ਕਰਦੇ ਹੈਗੇ ਆ, ਤੇ ਜਦੋਂ ਤੁਸੀਂ ਇੱਦਾਂ ਸੋਚਿਆ ਕਿ ਮੈਂ ਇਸ ਲਾਈਨ ਵੱਲ ਜਾਣਾ, ਕਿੱਦਾਂ ਤੁਹਾਨੂੰ ਕੀ ਮੁਸ਼ਕਲ ਆਈਆਂ ਸੀ ਉਸ ਵੇਲੇ? ਜੀ ਸ਼ੁਰੂ ਤੋਂ ਪਹਿਲਾਂ ਜਦੋਂ ਮੈਂ ਆਈ ਹਾਂ ਮੈਂ ਸੋਚਿਆ ਔਰ ਕਰਨੇ ਦੀ ਕੋਸ਼ਿਸ਼ ਕੀਤੀ ਹੈ ਇਸ ਫੀਲਡ 'ਚ ਆਉਣੇ ਦੀ। ਤੇ ਇੱਕ ਤੇ ਮੇਰੀ ਸਭ ਤੋਂ ਵੱਡੀ ਸੀ ਮੁਸ਼ਕਲਾਤ ਵੀ, ਮੈਂ ਉਸ ਵਕਤ ਆਈ ਸਾਂ, ਮੇਰੇ ਬੱਚੇ ਜਿਸ ਤਰ੍ਹਾਂ ਇੱਕ ਬੇਟੀ ਤੇ ਇੱਕ ਬੇਟੇ ਨੂੰ ਬਰਥ ਦਿੱਤੀ ਤੇ ਫਿਰ ਉਹਨਾਂ ਨੂੰ ਉਹਨਾਂ ਦੀ ਲੁੱਕ ਆਫਟਰ ਕਰਨਾ। ਤੇ ਉਸ ਵਕਤ ਮੇਰੀ ਮਦਰ ਇਨ ਲਾ ਸਨ, ਉਹਨਾਂ ਦੀ ਵੀ ਲੁੱਕ ਆਫਟਰ ਕਰਨੀ ਸੀ ਤੇ ਮੇਰੇ ਖਾਵੰਦ ਸਨ, ਬਹੁਤ ਅੱਛੇ ਸਨ, ਲੇਕਿਨ ਉਹਨਾਂ ਦਾ ਥੋੜਾ
ਮਾਈਂਡ ਸਟਿਲ ਉਹ ਸੀ ਉਸ ਕਿ ਸੋਚ ਚ ਸੀਗਾ ਜੋ ਪੇਰੈਂਟਸ ਕਹਿੰਦੇ ਨਹੀਂ, ਆ ਬਿਲਕੁਲ ਇਸ ਪਾਸੇ ਨਹੀਂ ਆਉਣਾ, ਵੀ ਇਹ ਅੱਛੀ ਲਾਈਨ ਨਹੀਂ ਹੈ, ਇਸ ਪਾਸੇ ਨਹੀਂ ਆਉਣਾ। ਤੇ ਫਿਰ ਕੋਈ ਨਹੀਂ, ਆਪਣੀ ਖਵਾਇਸ਼ਾਤ ਨੂੰ ਮੈਂ ਅੰਦਰ ਹੀ ਰੱਖ ਕੇ ਮਤਲਬ ਤੁਸੀਂ ਨਹੀਂ ਫਿਰ ਉਸ ਵੇਲੇ ਉਸ ਵਕਤ ਮੈਂ ਕੁਝ ਗੱਲ ਨੂੰ ਰਹਿਣ ਦਿੱਤਾ, ਫਿਰ ਤੁਸੀਂ ਆਪਣੇ ਬਸ ਘਰ ਪਰਿਵਾਰ ਦੀ ਦੇਖਭਾਲ ਕਰਦੀ ਰਹੀ ਜੀ ਜੀ ਜਿਸ ਤਰ੍ਹਾਂ ਮੇਰੀਆਂ ਜ਼ਿੰਮੇਵਾਰੀਆਂ ਸਨ, ਤੇ ਮੈਂ ਉਸ ਤਰ੍ਹਾਂ ਜਿਹੜਾ ਨਾ ਹੱਸੀ ਖੁਸ਼ੀ ਜਿਹੜਾ ਵਾ ਨਾ ਵੀ ਚਲਾਉਂਦੀ ਰਹੀ ਹਾਂ ਜੀ। ਮਤਲਬ ਤੁਸੀਂ ਆਪਣੀ ਜਿਹੜੀ ਖੁਆਇਸ਼ ਸੀਗੀ, ਤੁਹਾਡਾ ਡ੍ਰੀਮ ਸੀ ਕਹਿ ਲਓ, ਜੋ ਤੁਸੀਂ ਕਰਨਾ ਚਾਹੁੰਦੇ ਸੀ, ਉਸ ਵੇਲੇ ਤੁਸੀਂ ਉਹਨੂੰ ਦੱਬ ਦਿੱਤਾ। ਤੁਹਾਡੇ ਵਾਸਤੇ ਇਹ ਜ਼ਰੂਰੀ ਹੋ ਗਿਆ ਵੀ ਚਲੋ ਫੈਮਿਲੀ ਜੋ ਕਹਿੰਦੀ ਹੈਗੀ ਆ ਪਹਿਲਾਂ ਉਹ ਜ਼ਿਆਦਾ ਜ਼ਰੂਰੀ ਹੈਗਾ, ਚਲੋ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਜਾਂ ਫੈਮਿਲੀ ਦਾ ਆਪਾਂ ਜਿਹੜਾ ਕਰਦੇ ਹੈਗੇ ਆ। ਸਾਨੂੰ ਜ਼ਾਹਿਰ ਹੈ ਏਸ਼ੀਅਨ ਔਰਤਾਂ ਨੂੰ ਇਹੋ ਹੀ ਹੁੰਦਾ ਕਿ ਆਪਣੇ ਘਰ ਪਰਿਵਾਰ ਨੂੰ ਦੇਖਣਾ ਸਭ ਕੁਝ, ਤੇ ਉਹ ਮੈਂ ਆਪਣਾ ਇੱਕ ਫਰਜ਼ ਅਦਾ ਕੀਤਾ ਜੀ। ਬਹੁਤ ਵੱਡੀ ਇਹਨਾਂ ਨੇ ਗੱਲ ਕਹੀ ਹੈ ਕਿ ਇਹਨਾਂ ਨੇ ਜਿਹੜਾ ਆਪਣਾ ਡ੍ਰੀਮ ਸੀਗਾ, ਆਪਣਾ ਸੁਪਨਾ ਸੀ, ਉਹਦਾ ਸੈਕਰੀਫਾਈਸ ਕੀਤਾ, ਕਿਉਂਕਿ ਇੱਕ ਫੈਮਿਲੀ ਨੂੰ ਚਲਾਉਣ ਲਈ, ਇੱਕ ਫੈਮਿਲੀ ਨੂੰ ਸੰਭਾਲਣ ਲਈ। ਸਾਡੇ ਨਹੀਂ ਪੇਰੈਂਟਸ ਕਈ ਚਾਹੁੰਦੇ ਹੁੰਦੇ ਕਿ ਕੁੜੀਆਂ ਇਸ ਲਾਈਨ ਦੇ ਵਿੱਚ ਜਾਣ, ਮੇਕਅਪ ਆਰਟਿਸਟ ਬਣਨ, ਹੇਅਰ ਡਰੈਸਰ ਬਣਨ। ਮਤਲਬ ਸਿਰਫ ਇਸ ਲਾਈਨ ਦੀ ਨਹੀਂ ਆਪਾਂ ਗੱਲ ਕਰਦੇ, ਦੇਖਿਆ ਜਾਵੇ ਤਾਂ ਪਹਿਲਾਂ ਕੁੜੀਆਂ ਨੂੰ ਜਿਸ ਮੁਕਾਮ ਤੇ ਮੈਂ ਬੈਠੀ ਹਾਂ, ਮੇਰਾ ਖਿਆਲ ਇਹ ਵੀ ਨਹੀਂ ਕੋਈ ਪਸੰਦ ਕਰਦਾ ਸੀਗਾ ਵੀ ਇਹ ਟੀਵੀ ਪ੍ਰੈਜ਼ੈਂਟਰ ਜਾਂ ਰੇਡੀਓ ਪ੍ਰੈਜ਼ੈਂਟਰ ਬਣਨ ਜਾਂ ਕੈਮਰੇ ਦੇ ਸਾਹਮਣੇ ਆਣ। ਸਾਡੇ ਮਤਲਬ ਪੇਰੈਂਟਸ ਚਾਹੁੰਦੇ ਨਹੀਂ ਹੁੰਦੇ ਸੀ ਸਾਡੀਆਂ ਬੇਟੀਆਂ ਧੀਆਂ ਨੂੰ ਹਾਂ ਕੋਈ ਇਦਾਂ ਦਾ ਕੰਮ ਕਰਨ। ਮੇਰਾ ਖਿਆਲ ਟਾਈਮ ਇਜ਼ ਚੇਂਜ ਨਾਓ, ਹੁਣ ਤਾਂ ਮੇਰਾ ਖਿਆਲ ਟਾਈਮ ਬਹੁਤ ਚੇਂਜ ਆ। ਫਿਰ ਤੁਸੀਂ ਆਪਣੇ ਆਪ ਨੂੰ ਥੋੜਾ ਜਿਹਾ ਟਾਈਮ ਉਹ ਚੀਜ਼ 'ਚ ਰੱਖਿਆ, ਮਤਲਬ ਇੱਕ ਸੈਕਰੀਫਾਈਸ ਤੁਸੀਂ ਕੀਤਾ, ਤੁਸੀਂ ਆਪਣੇ ਸੁਪਨੇ ਨੂੰ ਬੰਨ ਲਿਆ। ਫਿਰ ਤੁਸੀਂ ਕਦੋਂ ਆਪਣੇ ਪੈਰਾਂ ਤੇ ਖੜੇ ਹੋਵਾਂ ਕਵਾਂ ਜਾਂ ਸੁਪਨੇ ਨੂੰ ਫਿਰ ਤੁਸੀਂ ਕਦੋਂ ਹਾਸਲ ਕਰਨ ਦੀ ਕੋਸ਼ਿਸ਼ ਕੀਤੀ, ਕਿੱਦਾਂ ਫਿਰ ਤੁਸੀਂ ਉਹ ਚੀਜ਼ ਤੇ ਪਹੁੰਚੇ? ਤਕਰੀਬਨ ਕਹਿ ਲਵੋ ਵੀ 25 ਸਾਲ ਬਾਅਦ ਮੇਰੇ ਬੱਚੇ ਜਿਸ ਤਰ੍ਹਾਂ ਜਵਾਨ ਹੋਏ, ਸ਼ਾਦੀ ਹੋਈ, ਬੇਟੇ ਮੇਰੇ ਦੀ ਸ਼ਾਦੀ ਹੋਈ, ਫਿਰ ਉਹ ਜਿਹੜੀ ਬਹੂ ਮੈਂ ਲੈ ਕੇ ਆਈ, ਉਸ ਨੂੰ ਜਿਹੜਾ ਨਾ, ਕਿਉਂਕਿ ਜ਼ਮਾਨਾ ਚੇਂਜ ਹੋ ਗਿਆ, ਟਾਈਮ ਚੇਂਜ, ਤੇ ਇਸ ਚੀਜ਼ ਦਾ ਥੋੜਾ ਫੈਸ਼ਨ ਹੋ ਗਿਆ ਕਿ ਹਾਂ ਹੁਣ ਜਿਹੜੀ ਹੈ ਨਾ ਪਲਕਿੰਗ ਕਰਨੀ ਹੈ, ਥ੍ਰੈਡਿੰਗ ਕਰਨੀ ਹੈ, ਤੇ ਹੁਣ ਘਰ ਨਹੀਂ ਕਰਨੀ, ਅਸੀਂ ਪਾਰਲਰ 'ਚ ਜਾਣਾ ਹੈਗਾ ਹੈ। ਯੈਸ, ਤੇ ਉਹ ਯੰਗ ਬੱਚੀ ਜ਼ਾਹਿਰੀਆ ਲੈ ਕੇ ਆਏ ਆ, ਤੇ ਅਸੀਂ ਆਹ ਚਲੋ ਵੀ ਉਸ ਨੂੰ ਜਿਹੜਾ ਨਾ ਇੰਡੀਪੈਂਡੈਂਟ ਕਰਾਂਗੇ। ਤੇ ਫਿਰ ਨਾਲ ਮੈਂ ਆਪਣੀਆਂ ਡ੍ਰੀਮਸ ਵੀ ਆਸਤਾ ਆਸਤਾ, ਫਿਰ ਉਹਦੇ ਨਾਲ ਮੇਰੇ ਹਸਬੈਂਡ ਫਿਰ ਉਹ ਵੀ ਚੇਂਜ ਹੋ ਗਏ ਵਕਤ ਨਾਲ, ਉਹਨਾਂ ਦੀ ਸੋਚ ਕੇ, ਬੱਚਿਆਂ ਦਾ ਅੱਗੇ ਹਾਂਜੀ ਸਾਰਾ ਦੇਖ ਕੇ ਵਕਤ ਸੋਚ ਨਾਲ ਜਿਹੜਾ ਵਾ ਨਾ ਉਹ ਵੀ ਚੇਂਜ ਹੋ ਗਏ। ਤੇ ਫਿਰ ਆਸਤਾ ਆਸਤਾ ਮੈਂ ਜਿਹੜਾ ਨਾ ਆਪਣਾ ਸੈਲੂਨ ਪਾਰਲਰ ਜਿਹੜਾ ਵਾ ਨਾ ਉਹ ਬਾਹਰ ਹੈ ਓਪਨ ਨਹੀਂ ਮੈਂ ਕੀਤਾ, ਲੇਕਿਨ ਆਪਣੇ ਘਰ ਵਿੱਚ ਹੀ ਹਾਂਜੀ ਤੁਸੀਂ ਕਨਵਰਟ ਕੀਤਾ, ਰੂਮ ਸੈਟਅਪ ਕਰ ਲਿਆ, ਸੈਟਅਪ ਕੀਤਾ। ਤੇ ਆਹਿਸਤਾ ਆਹਿਸਤਾ ਫਿਰ ਮੈਂ ਵੀ ਟ੍ਰੇਨਿੰਗ ਅਫੀਸ਼ੀਅਲੀ ਲਈ ਹੈ, ਕੁਆਲੀਫਿਕੇਸ਼ਨ ਲਈ ਹੈ। ਕਿੰਨੀ ਦੇਰ ਦਾ ਕੋਰਸ ਸੀਗਾ ਜਿਹੜਾ ਤੁਸੀਂ ਹੇਅਰ ਡਰੈਸਰ ਤੇ ਆਪਣਾ ਮੇਕਅਪ ਆਰਟਿਸਟ ਕੀਤਾ ਹੈਗਾ ਆ? ਜੀ ਜੋਤੀ ਜੀ, ਇਹ ਕਾਫੀ ਡਿਫਰੈਂਟ ਸਟੇਜਿਸ ਤੇ ਸਨ, ਕਿਉਂਕਿ ਬਿਊਟੀਸ਼ੀਅਨ ਦੇ ਕਾਫੀ ਜਿਸ ਤਰ੍ਹਾਂ ਫੇਸ਼ੀਅਲਸ, ਵੈਕਸਿੰਗ, ਥ੍ਰੈਡਿੰਗ, ਡਿਫਰੈਂਟ ਟਾਈਮਿੰਗ ਦੇ ਹਿਸਾਬ ਸਨ, ਕੁਝ ਮਹੀਨੇ ਲੱਗ ਗਏ ਸਨ। ਜਦੋਂ ਤੁਸੀਂ ਇਹ ਕੋਰਸ ਕਰਨ ਵਾਸਤੇ ਬਾਹਰ ਨਿਕਲੇ ਆ, ਤੁਹਾਡੇ ਬੱਚੇ ਹੁਣ ਵੱਡੇ ਹੋ ਚੁੱਕੇ ਸੀ, ਬਹੂ ਵੀ ਘਰ ਆ ਗਏ ਸੀ, ਤੇ ਜਦੋਂ ਤੁਸੀਂ ਕੋਰਸ ਕਰਨ ਜਾਂਦੇ ਸੀ ਤੁਹਾਨੂੰ ਥੋੜਾ ਜਿਹਾ ਲੱਗਦਾ ਸੀ ਕੋਈ ਮੈਨੂੰ ਦੇਖ ਰਿਹਾ ਆ ਕਿ ਮੈਂ ਇਸ ਏਜ ਤੇ ਹੁਣ ਕਾਲਜ 'ਚ ਆਈ ਹਾਂ ਜਾਂ ਮੈਂ ਕੋਰਸ ਕਰ ਰਹੀ ਹਾਂ? ਤੁਹਾਨੂੰ ਕਿਤੇ ਨਾ ਕਿਤੇ ਦਾ ਥੋੜਾ ਜਿਹਾ ਫੀਲ ਹੁੰਦਾ ਸੀਗਾ ਵੀ ਮੈਂ ਅਨਕੰਫਰਟੇਬਲ ਆਪਣੇ ਆਪ ਨੂੰ ਫੀਲ ਕਰਦੇ ਸੀਗੇ? ਨਹੀਂ, ਮੈਂ ਬਿਲਕੁਲ ਅਨਕੰਫਰਟੇਬਲ ਫੀਲ ਨਹੀਂ ਕਰਦੀ ਸਾਂ, ਔਰ ਮੈਂ ਇਸ ਤਰ੍ਹਾਂ ਮਹਿਸੂਸ ਕਰਦੀ ਸਾਂ ਕਿ ਮੈਂ ਦੁਬਾਰਾ ਯੰਗ ਹੋ ਗਈ ਹਾਂ, ਕਿ ਮੈਂ ਜਿਹੜੀ ਉਹ ਜਿਹੜਾ ਮੇਰਾ ਟਾਈਮ ਗੈਪ ਵਿੱਚ ਮਿਸ ਕੀਤਾ ਵੈ, ਮੈਂ ਉਹ ਮਹਿਸੂਸ ਹੀ ਨਾ ਕਰ ਸਕਦੀ ਵੀ, ਕਿਉਂਕਿ ਮੈਂ ਇਸ ਵਕਤ ਕਿਹੜੀ ਸਟੇਜ, ਏਜ ਦੀ ਕਿਹੜੀ ਸਟੇਜ ਤੇ। ਨਾਲੇ ਫਿਰ ਮੇਰਾ ਖਿਆਲ ਤੁਸੀਂ ਓਪਰਚੁਨਿਟੀ ਛੱਡਣਾ ਵੀ ਨਹੀਂ ਚਾਹੁੰਦੇ ਹੋਣੇ, ਮੈਨੂੰ ਲੱਗਦਾ ਵੀ ਹੁਣ ਮੈਨੂੰ ਚਾਂਸ ਮਿਲਿਆ ਆ, ਚਲੋ ਫੈਮਿਲੀ ਵੀ ਮੰਨ ਰਹੀ ਹੈਗੀ ਆ ਤੁਸੀਂ। ਲੇਕਿਨ ਹਾਰਡ ਵਰਕਿੰਗ ਸਾਂ, ਜ਼ਾਹਿਰ ਹੈ ਮੈਂ जब तक मेरा खामद या मेरे बच्चे खुश ना होंदे मैं नहीं सा कर सकती काम। ਇਹ ਗੱਲ ਮੈਂ ਹਮੇਸ਼ਾ ਹੀ ਕਹਿੰਦੀ ਆ ਆਪਣੇ ਸਾਰੇ ਸ਼ੋਅ ਦੇ ਵਿੱਚ ਵੀ ਜੇਕਰ ਤੁਹਾਨੂੰ ਫੈਮਿਲੀ ਦੀ ਇੱਕ ਸਪੋਰਟ ਹੈਗੀ ਆ, ਉਸ ਤੋਂ ਵੱਡੀ ਕੋਈ ਚੀਜ਼ ਨਹੀਂ ਹੁੰਦੀ। ਜੇਕਰ ਸਾਡੀ ਫੈਮਿਲੀ ਸਾਨੂੰ ਵੀ ਸਮਝੇ ਤੇ ਅਸੀਂ ਵੀ ਉਹਨਾਂ ਨੂੰ ਸਮਝੀਏ, ਸਾਡੀ ਫੈਮਿਲੀ ਸਾਡੇ ਕੋਲ ਕੀ ਚਾਹੁੰਦੀ ਆ। ਜਿੱਦਾਂ ਕਿ ਸੋਫੀਆ ਨੇ ਕਿੰਨੇ ਸਾਲ ਆਪਣੀਆਂ ਜਿਹੜੀਆਂ ਖੁਆਇਸ਼ਾਂ ਨੂੰ ਮਾਰ ਕੇ ਰੱਖਿਆ, ਆਪਣੇ ਸੁਪਨਿਆਂ ਨੂੰ ਬੰਦ ਰੱਖਿਆ, ਉਹਨਾਂ ਨੂੰ ਬਾਹਰ ਨਹੀਂ ਆਉਣ ਦਿੱਤਾ ਵੀ ਕੋਈ ਗੱਲ ਨਹੀਂ, ਜੇ ਫੈਮਿਲੀ ਨਹੀਂ ਚਾਹੁੰਦੀ ਤਾਂ ਕੋਈ ਗੱਲ ਨਹੀਂ। ਲੇਕਿਨ ਜਦੋਂ ਘਰ ਵਿੱਚ ਨੋ ਲੈ ਕੇ ਆਏ ਤੇ ਕਹਿੰਦੇ ਨੇ ਹੁੰਦੇ ਘਰ ਦੇ ਵਿੱਚ ਨੋ ਜਦੋਂ ਆਉਂਦੀ ਇੱਕ ਲక్ష్ਮੀ ਆ ਜਾਂਦੀ, ਸਾਡੇ ਪੰਜਾਬੀਆਂ 'ਚ ਇਹ ਗੱਲ ਕਹਿੰਦੇ ਇੱਕ ਲక్ష్ਮੀ ਆ ਗਈ, ਉਹਦੇ ਨਾਲ ਘਰ ਚੇਂਜ ਹੋ ਜਾਂਦਾ ਆ। ਸੋ ਆਈ ਗਿਵ ਦੈਟ ਕ੍ਰੈਡਿਟ ਟੂ ਯੂਰ ਡਾਟਰ ਇਨ ਲੋ। ਮੇਰਾ ਖਿਆਲ ਆ ਵੀ ਉਹਨਾਂ ਨੇ ਚਲੋ ਤੁਹਾਡੇ ਜਿਹੜੇ ਸੁਪਨੇ ਬੰਦ ਪਏ ਹੋਏ ਸੀ, ਤੁਸੀਂ ਉਹਨਾਂ ਦੇ ਰਾਹੀਂ ਆਪਣੇ ਸੁਪਨੇ ਖੋਲੇ ਹੈਗੇ, ਪੂਰੇ ਕੀਤੇ ਹੈਗੇ ਆ। ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੁੰਦੀ ਆ। ਦੇਖੋ ਕੰਮ ਕੋਈ ਵੀ ਨਹੀਂ ਇੱਦਾਂ ਦਾ ਹੁੰਦਾ ਪਿਆ ਅਸੀਂ ਨਾ ਕਰੀਏ ਕਿੱਦਾਂ। ਇਸ ਕੰਟਰੀ 'ਚ ਤਾਂ ਮੇਰਾ ਖਿਆਲ ਸਾਰੇ ਕੰਮ
ਇੱਕੋ ਜਿਹੇ ਹੈਗੇ ਆ, ਬਿਲਕੁਲ ਐਦਾਂ ਵੀ ਨਹੀਂ ਆਪਾਂ ਕਹਿ ਸਕਦੇ। ਜਦੋਂ ਫਿਰ ਤੁਸੀਂ ਆਪਣੀ ਉਹ ਹਾਸਿਲ ਕਰ ਲਈ, ਆਪਣੀ ਐਜੂਕੇਸ਼ਨ ਤੁਹਾਡੀ ਇਸ ਕੋਰਸ ਵਗੈਰਾ ਤੁਹਾਡੇ ਸਾਰੇ ਪੂਰੇ ਹੋ ਗਏ, ਫਿਰ ਤੁਸੀਂ ਪਹਿਲਾ ਸਟੈਪ ਕਿੱਦਾਂ ਲਿਆ? ਤੁਸੀਂ ਮਤਲਬ ਕਿਸੇ ਦੇ ਨਾਲ ਪਹਿਲਾਂ ਕੰਮ ਕੀਤਾ ਜਾਂ ਆਪਣਾ ਹੀ ਕੰਮ ਸਿੱਧਾ ਖੋਲ੍ਹਿਆ? ਨਹੀਂ ਅਸੀਂ ਸਿੱਧਾ ਆਪਣਾ ਹੀ ਮੈਂ ਕੰਮ ਕੀਤਾ ਵਾ ਜੀ। ਇੱਥੇ ਜੋਤੀ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮੈਂ ਟ੍ਰੇਨਡ ਸਭ ਤੋਂ ਪਹਿਲਾਂ ਮੈਂ ਮੇਕਅਪ ਐਂਡ ਹੇਅਰ ਸਟਾਈਲ ਦੀ ਟ੍ਰੇਨਿੰਗ ਲਈ ਹੈ ਜੋਸ਼ਿਫ ਬਿਊਟੀ ਇੰਟਰਨੈਸ਼ਨਲ ਤੋਂ। ਉਹ ਲੰਡਨ ਵਿੱਚ ਬੇਸਡ ਸਨ। ਜੀ ਤੇ ਮੈਨੂੰ ਫਿਰ ਉੱਥੇ ਜਾਣਾ ਪੈਂਦਾ ਸੀ। ਅੱਛਾ, ਤੁਸੀਂ ਐਵਰੀਡੇ ਟਰੈਵਲ ਕਰਦੇ ਸੀ? ਐਵਰੀਡੇ ਟਰੈਵਲ ਨਹੀਂ ਸੀ ਕਰਦੀ ਕਿਉਂਕਿ ਉਸ ਦਾ ਕੋਰਸ ਹੈ ਸੀ ਐਵਰੀਡੇ, ਲੇਕਿਨ ਕਿਉਂਕਿ ਮੈਂ ਮੇਰੀ ਮੇਨ ਜੌਬ ਟੀਚਿੰਗ ਦੀ ਸੀ, ਮੈਂ ਟੀਚ ਕਰਾਉਂਦੀ ਸਾਂ ਸਕੂਲ ਐਜ਼ ਅ ਟੀਚਿੰਗ ਅਸਿਸਟੈਂਟ। ਹਾਂਜੀ ਤੇ ਮੰਡੇ ਤੋਂ ਲੈ ਕੇ ਫਰਾਈਡੇ ਤੱਕ ਮੈਂ ਆਪਣੇ ਸਕੂਲ ਦੀ ਜੌਬ ਤੇ ਹੁੰਦੀ ਸਾਂ। ਅੱਛਾ, ਤੇ ਵੀਕਐਂਡ ਤੁਸੀਂ ਉੱਥੇ ਕਰਨਾ? ਵੀਕਐਂਡ ਫਰਾਈਡੇ ਈਵਨਿੰਗ ਜਿਹੜਾ ਵਾ ਨਾ ਆ ਕੇ ਤੇ ਫਿਰ ਹਾਂਜੀ ਇਹ ਫਿਰ ਕੁਝ ਅਰਸਾ ਜਿਹੜਾ ਵਾ ਨਾ ਇਸ ਤਰ੍ਹਾਂ ਮੈਂ ਜਿਹੜਾ ਕੰਮ ਕੀਤਾ। ਫਿਰ ਸੰਡੇ ਨੂੰ ਕਲਾਸ ਆਪਣੀ ਅਟੈਂਡ ਕਰਕੇ ਫਿਰ ਘਰ ਵਾਪਸ ਆਣਾ। ਕਹਿੰਦੇ ਹੁੰਦੇ ਆ ਕੁਝ ਵੀ ਹਾਸਿਲ ਕਰਨਾ ਬਹੁਤ ਹੀ ਮੁਸ਼ਕਿਲ ਹੁੰਦਾ, ਆਸਾਨ ਨਹੀਂ ਹੈਗਾ। ਕਈ ਕੁਝ ਛੱਡਣਾ ਪੈਂਦਾ, ਕਈ ਕੁਝ ਖੋਣਾ ਪੈਂਦਾ ਇਹਦੇ ਵਿੱਚ। ਤੇ ਜਦੋਂ ਤੁਸੀਂ ਸਾਰਾ ਕੁਝ ਉਹ ਟ੍ਰੇਨਿੰਗ ਵੀ ਤੁਹਾਡੀ ਹੋ ਗਈ, ਚਲੋ ਤੁਸੀਂ ਗੁਰੂ ਮੰਨਦੇ ਹੋ ਕਿਸੇ ਨੂੰ ਇਸ ਚੀਜ਼ ਦੇ ਵਿੱਚ? ਤੁਸੀਂ ਕਦੀ ਏਦਾਂ ਕਹਿੰਦੇ ਹੋ? ਗੁਰੂ ਮੇਰੇ ਜ਼ਾਹਿਰ ਹੈ ਰੱਬ ਤੋਂ ਇਲਾਵਾ ਰੱਬ ਉਹਨਾਂ ਨੇ ਅੱਲਾ ਨੇ ਸਾਥ ਦਿੱਤਾ। ਔਰ ਕ੍ਰੈਡਿਟ ਮੈਂ ਦੇਵਾਂਗੀ ਆਪਣੇ ਹਸਬੈਂਡ ਨੂੰ, ਆਪਣੇ ਜੀ ਹਾਮਦ ਨੂੰ ਦਿਆਂਗੀ, ਔਰ ਉਸ ਤੋਂ ਬਾਅਦ ਮੈਂ ਆਪਣੇ ਬੱਚਿਆਂ ਨੂੰ ਦਿਆਂਗੀ ਵੀ ਮੇਰੇ ਬੱਚਿਆਂ ਨੇ ਮੈਨੂੰ ਮੋਟੀਵੇਟ ਕੀਤਾ ਔਰ ਉਹਨਾਂ ਨੇ ਮੈਨੂੰ ਹਿੰਮਤ ਦਿੱਤੀ ਕਿ ਮਮ ਜੀ ਤੁਸੀਂ ਜਾਓ ਕਰੋ ਜਿਹੜਾ ਵਾ। ਕਿੱਦਾਂ ਤੁਹਾਡੀ ਫੈਮਿਲੀ ਫੀਲ ਕਰਦੀ ਜਦੋਂ ਹੁਣ ਤੁਹਾਨੂੰ ਇਸ ਮੁਕਾਮ ਤੇ ਦੇਖਦੇ ਜਿੱਥੇ ਅੱਜ ਤੁਸੀਂ ਆਪਣੀ ਹਿੰਮਤ ਨਾਲ ਆਪਣੀ ਮਿਹਨਤ ਨਾਲ ਪਹੁੰਚੇ ਹੈਗੇ ਆ? ਉਹ ਕਿੱਦਾਂ ਸਾਰੇ ਫੀਲ ਕਰਦੇ ਆ? ਬਹੁਤ ਖੁਸ਼ ਹੁੰਦੇ ਨੇ ਜੀ ਬਹੁਤ ਖੁਸ਼ ਹੁੰਦੇ ਨੇ ਤੇ ਮੈਨੂੰ ਇੱਕ ਅਲੱਗ ਖੁਸ਼ੀ ਮਿਲਦੀ ਹੈ ਜਿਸ ਵੇਲੇ ਮੈਂ ਉਹਨਾਂ ਨੂੰ ਖੁਸ਼ ਦੇਖਣੀ ਹਾਂ। ਯੈਸ, ਸ਼ੁਕਰ ਹੈ ਰੱਬ ਦਾ। ਗੱਲ ਕਰਦੇ ਆ ਤੁਹਾਡੇ ਕੰਮ ਦੇ ਬਾਰੇ, ਜਿੱਦਾਂ ਕਿ ਤੁਸੀਂ ਹੁਣ ਆਪਾਂ ਗੱਲ ਕਰ ਰਹੇ ਹਾਂ ਕਿ ਤੁਸੀਂ ਕਾਫੀ ਆਪਣਾ ਮੁਕਾਮ ਹਾਸਲ ਕੀਤਾ ਹੈਗਾ, ਜਿਹੜੀ ਸਟੇਜ ਤੇ ਤੁਸੀਂ ਪਹੁੰਚੇ ਹੈਗੇ ਆ ਐਜ਼ ਅ ਗ੍ਰੈਂਡ ਮਮ। ਬਹੁਤ ਬਿਕਾਜ਼ ਆਮ ਜਿੱਦਾਂ ਦੇਖਿਆ ਜਾਂਦਾ ਜਦੋਂ ਅਸੀਂ ਕੋਈ ਮੇਕਅਪ ਆਰਟਿਸਟ ਲੱਭ ਰਹੇ ਹੁੰਦੇ, ਹੇਅਰ ਡਰੈਸਰ ਲੱਭ ਰਹੇ, ਸਾਡੇ ਮਾਈਂਡ ਦੇ ਵਿੱਚ ਦਿਮਾਗ ਵਿੱਚ ਯੰਗ ਜਿਹੀਆਂ ਕੁੜੀਆਂ ਹੁੰਦੀਆਂ ਆ। ਕਦੀ ਤੁਹਾਨੂੰ ਇਸ ਚੀਜ਼ ਦੀ ਇੱਦਾਂ ਦਿੱਕਤ ਆਈ ਆ ਵੀ ਕੋਈ ਤੁਹਾਨੂੰ ਬੁੱਕ ਕਰਨਾ ਚਾਹੁੰਦਾ ਇਸ ਚੀਜ਼ ਲਈ, ਪਰ ਲੇਕਿਨ ਫਿਰ ਕੁੜੀਆਂ ਜਾਂ ਬੱਚੇ ਪਿੱਛੇ ਹਟ ਜਾਂਦੇ, ਲੋ ਇਹ ਤਾਂ ਨਹੀਂ ਸ਼ਰਤ ਪਈ ਗ੍ਰੈਂਡ ਮਾਮਾ ਜਾਂ ਕਿੱਦਾਂ ਆ, ਮੈਨੂੰ ਤਾਂ ਕੋਈ ਯੰਗ ਜਿਹੀ ਚਾਹੀਦੀ ਆ ਕੁੜੀ ਜਿਹੜਾ ਮੇਰਾ ਮੇਕਅਪ ਕਰੇ ਜਾਂ ਕੁਝ? ਤੁਹਾਨੂੰ ਇੱਦਾਂ ਦੀਆਂ ਪ੍ਰੋਬਲਮਸ ਕਦੀ ਆਉਂਦੀਆਂ? ਸ਼ੁਰੂ ਤੋਂ ਕਿਉਂਕਿ ਮੈਂ ਵੈਲ ਨੋਨ ਮੈਂਬਰ ਵਾਂ ਕਮਿਊਨਿਟੀ ਦੀ, ਜਿਹੜਾ ਵਾ ਨਾ ਟੀਚਿੰਗ ਤੋਂ ਇਲਾਵਾ ਵੈਸੇ ਵੀ ਕਾਫੀ ਰੱਬ ਦਾ ਸ਼ੁਕਰ ਹੈ, ਰੱਬ ਨੇ ਇੱਜ਼ਤ ਦਿੱਤੀ ਹੈ ਕਮਿਊਨਿਟੀ 'ਚ ਤੇ ਕਾਫੀ ਜਾਣ ਪਛਾਣ ਹੈ। ਤੇ ਸਕੂਲ ਵਿੱਚ ਵੀ ਕਾਫੀ ਸਭ ਮੈਨੂੰ ਜਾਣਦੇ ਨੇ ਐਜ਼ ਅ ਟੀਚਰ, ਜਾਣਦੇ ਸਨ ਐਜ਼ ਅ ਟੀਚਰ, ਸਭ ਜਾਣਦੇ ਨੇ। ਤੇ ਜਿਸ ਵੇਲੇ ਉਹਨਾਂ ਨੂੰ ਪਤਾ ਚੱਲਿਆ ਜਾਂ ਉਹ ਆਉਂਦੇ ਸਨ ਮੇਰੇ ਸੈਲੂਨ ਵਿੱਚ, ਤੇ ਕਈ ਵਾਰੀ ਕਈ ਪੇਰੈਂਟਸ ਨੇ ਇਸ ਤਰ੍ਹਾਂ ਜਿਸ ਤਰ੍ਹਾਂ ਹੋਇਆ ਮਿਸਿਸ ਮਾਮੂਦ ਜਾਂ ਬੱਚੇ ਕਈ ਬੱਚੀਆਂ ਵੀ ਮਿਸਿਸ ਮਾਮੂਦ ਇਜ਼ ਡੂਇੰਗ ਦਿਸ, ਤੇ ਉਹ ਲੇਕਿਨ ਜਿਲੇ ਕੰਮ ਕਰੀਦਾ ਸੀ ਤੇ ਕੰਮ ਫਿਰ ਉਹ ਸ਼ੁਕਰ ਹੈ ਵੀ ਖੁਸ਼ ਹੁੰਦੇ ਸਨ ਕਿ ਅਸੀਂ ਆਏ ਹਾਂ। ਜੀ ਤੁਹਾਨੂੰ ਕੀ ਲੱਗਦਾ ਹੈਗਾ ਜਿੱਦਾਂ ਹੁਣ ਤੁਸੀਂ ਇੰਨੀ ਦੇਰ ਤੋਂ ਇਸ ਪ੍ਰੋਫੈਸ਼ਨ ਦੇ ਵਿੱਚ ਹੈਗੇ ਆ, ਕਿਹਦੇ ਨਾਲ ਕੰਮ ਕਰਨਾ ਜ਼ਿਆਦਾ ਮੁਸ਼ਕਿਲ ਹੈਗਾ ਆ? ਫੈਮਿਲੀ ਨਾਲ ਆਪਾਂ ਜਾਂ ਕਹਿ ਲਈਏ ਜਾਂ ਬਾਹਰਲਿਆਂ ਨਾਲ, ਜਾਂ ਤੁਹਾਡਾ ਐਕਸਪੀਰੀਅੰਸ ਇਹਦੇ ਬਾਰੇ ਕੀ ਕਹਿੰਦਾ ਆ? ਜ਼ਿਆਦਾ ਮੁਸ਼ਕਿਲ ਕਿਹਦੇ ਨਾਲ ਆਉਂਦੀ ਆ ਤੁਹਾਨੂੰ? ਨਹੀਂ, ਮੁਸ਼ਕਿਲ ਜ਼ਿੰਦਗੀ ਦਾ ਨਾ ਹੀ ਮੁਸ਼ਕਲਾਤ ਦਾ ਸਾਹਮਣਾ ਕਰਨਾ ਵਾ। ਇਹ ਤੁਸਾਂ ਦੇ ਆਪਣੇ ਉੱਪਰ ਹੈ ਵੀ ਤੁਸੀਂ ਉਸ ਨੂੰ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ। ਤੁਸਾਂ ਦੀ ਆਪਣੀ, ਮੇਰੀ ਸੋਚ ਵਿੱਚ ਤੁਸਾਂ ਦੀ ਆਪਣੀ ਐਬਿਲਿਟੀ ਹੈ। ਤੁਸੀਂ ਫੈਮਿਲੀ ਨੂੰ ਆਪਣੇ ਸਾਰੇ ਕੰਮ, ਮੈਂ ਕਦੇ ਕੋਈ ਆਪਣੇ ਕੰਮ ਦੀ ਵਜ੍ਹਾ ਤੋਂ ਮੈਂ ਕਦੇ ਕੋਈ ਘਰ ਦੀ ਜਾਂ ਐਜ਼ ਅ ਵਾਈਫ, ਐਜ਼ ਅ ਮਦਰ ਮੈਂ ਕੋਈ ਆਪਣੇ ਕੋਤਾਹੀ ਨਹੀਂ ਕੀਤੀ। ਮੈਂ ਜੇ ਕੋਈ ਕਿਧਰੇ ਜਾਣਾ ਵੀ ਹੈ ਤੇ ਮੈਂ ਆਪਣਾ ਮੇਕ ਸ਼ੋਰ ਕਿ ਖਾਣਾ ਪਹਿਲਾਂ ਸਾਰਾ ਕੁਝ ਮੇਰੀ ਫੈਮਿਲੀ ਸੈਟੀਸਫਾਈਡ, ਮੇਰਾ ਘਰ ਵੀ ਸਾਫ ਸੁਥਰਾ ਹੋਵੇ, ਸਭ ਕੁਝ ਮੈਂ ਆਪਣਾ ਉਸ ਤਰ੍ਹਾਂ ਜਿਹੜਾ ਵਾ ਨਾ ਕਰੀਦਾ ਸੀ। ਤੇ ਮੁਸ਼ਕਲਾਤ ਤੇ ਆਉਂਦੀਆਂ ਹੀ ਰਹਿੰਦੀਆਂ ਨੇ, ਲੇਕਿਨ ਇੱਕ ਅੱਛੇ ਤਰੀਕੇ ਨਾਲ, ਇੱਕ ਅੱਛੇ ਅਖਲਾਕ ਨਾਲ ਹੈਂਡਲ ਕਰੋ। ਬਿਲਕੁਲ ਹਰ ਇੱਕ ਦੀ ਇੱਜ਼ਤ ਕਰੋ, ਤੁਸੀਂ ਛੋਟੇ ਵੱਡੇ ਦੀ ਇੱਜ਼ਤ ਕਰੋ ਤੇ ਉਹ ਖੁਦ ਹੀ ਜਿਹੜਾ ਨਾ ਰੱਬ ਆਪੇ ਸਾਥ ਦਿੰਦਾ। ਬਿਲਕੁਲ ਬਹੁਤ ਬਿਹਤਰ ਹੋ ਜਾਂਦੀ ਹੈ। ਜਿੱਦਾਂ ਸੋਫੀਆ ਜੀ ਅਸੀਂ ਜੇ ਗੱਲ ਕਰੀਏ ਜਿੱਦਾਂ ਐਜ਼ ਅ ਮੁਸਲਿਮ ਵੂਮਨ, ਬਿਕਾਜ਼ ਆਪਾਂ ਦੇਖਿਆ ਸਾਡੀਆਂ ਸੁਸਾਇਟੀਆਂ ਦੇ ਵਿੱਚ, ਚਾਹੇ ਮੈਂ ਆਪਣੀ ਸੁਸਾਇਟੀ ਦੀ ਆਪਣੀ ਗੱਲ ਕਮਿਊਨਿਟੀ ਦੀ ਗੱਲ ਕਰੀਏ, ਅਸੀਂ ਸਾਨੂੰ ਬਹੁਤ ਘੱਟ ਅੱਗੇ ਜਾਣ ਦਿੰਦੇ ਹੈਗੇ ਆ, ਸਾਨੂੰ ਰੋਕਦੇ ਹੈਗੇ ਆ। ਕਈ ਵਾਰ ਇੱਦਾਂ ਹੁੰਦਾ ਫੈਮਿਲੀ ਤੁਹਾਨੂੰ ਕਹਿ ਰਹੀ ਆ ਦੈਟਸ ਫਾਈਨ, ਤੁਸੀਂ ਆਪਣੇ ਡ੍ਰੀਮਸ,
ਪਰ ਫਿਰ ਰਿਸ਼ਤੇਦਾਰਾਂ ਦੀ ਵੀ ਗੱਲ ਆ ਜਾਂਦੀ ਆ। ਕਦੀ ਤੁਹਾਨੂੰ ਇਦਾਂ ਹੋਇਆ ਵੀ ਤੁਸੀਂ ਇਦਾਂ ਸੋਚਿਆ ਵੀ ਚਲੋ ਫੈਮਿਲੀ ਤਾਂ ਹੁਣ ਮੇਰੇ ਨਾਲ ਹੈਗੀ, ਬਾਕੀ ਦੇ ਹੁਣ ਜਿਹੜੇ ਰਿਸ਼ਤੇਦਾਰ ਹੈਗੇ ਉਹ ਕੀ ਸੋਚਣਗੇ, ਜਾਂ ਕਿੱਦਾਂ ਉਹਨਾਂ ਦਾ ਰਿਐਕਸ਼ਨ ਤੁਹਾਨੂੰ ਕਿੱਦਾਂ ਮਿਲਦਾ ਸੀਗਾ? ਜੋਤੀ ਜੀ, ਜਿਹੜਾ ਵਾ ਮੈਂ ਇਸ ਬਾਰੇ ਵਿੱਚ ਲੱਕੀ ਹਾਂ ਬਹੁਤ ਕਿ ਫੈਮਿਲੀ ਮੇਰੀ ਜਿਹੜੀ ਹੈ ਨਾ, ਮੇਰੇ ਭੈਣ ਭਰਾ, ਮੇਰੇ ਬਾਕੀ ਰਿਸ਼ਤੇਦਾਰ ਜੀ, ਸਭ ਬਹੁਤ ਸਪੋਰਟਿਵ ਹਨ ਔਰ ਉਹ ਖੁਸ਼ ਹੁੰਦੇ ਨੇ ਮੈਨੂੰ ਦੇਖ ਕੇ ਕਿ ਮੈਂ ਜਿਹੜੇ ਮੁਕਾਮ ਤੇ ਹੈਗੇ ਜੀ ਔਰ ਇਤਨੀ ਹਾਰਡ ਵਰਕਿੰਗ ਆ ਔਰ ਸ਼ਾਇਦ ਉਹਨਾਂ ਦਾ ਪਿਆਰ, ਉਹਨਾਂ ਦੀਆਂ ਦੁਆਵਾਂ ਤੁਹਾਨੂੰ ਇੱਥੇ ਤੱਕ ਮੈਨੂੰ ਲੈ ਕੇ ਇੱਥੇ ਆਈਆਂ, ਨਹੀਂ ਤੇ ਮੈਂ ਤੇ ਬਿਲਕੁਲ ਕੋਈ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿੱਦਾਂ ਕਿ ਤੁਸੀਂ, ਮੈਂ ਤੁਹਾਡਾ ਕਾਫੀ ਦੇਖ ਵੀ ਰਹੀ ਸੀਗੀ ਪ੍ਰੋਫਾਈਲ ਵਗੈਰਾ, ਤੁਸੀਂ ਕਾਫੀ ਸੈਲੀਬ੍ਰਿਟੀਜ਼ ਨਾਲ ਕੰਮ ਕੀਤਾ ਹੈਗਾ, ਡਿਫਰੈਂਟ ਬੜੇ ਅੱਛੇ ਲੋਕਾਂ ਨਾਲ ਕੰਮ ਕੀਤਾ ਹੈਗਾ। ਉਹ ਤੁਹਾਡੀ ਜਰਨੀ ਕਿੱਦਾਂ ਦੀ ਹੈਗੀ ਹੈ ਉਹਨਾਂ ਸਾਰਿਆਂ ਨਾਲ? ਜਦੋਂ ਤੁਸੀਂ ਫਿਰ ਕੰਮ ਕਰਦੇ ਤੁਹਾਨੂੰ ਬਾਹਰ ਵੀ ਜਾਣਾ ਪੈਂਦਾ, ਟਾਈਮ ਵੀ ਤੁਹਾਡਾ ਕੁਝ ਵੀ ਆਪਣੇ ਹੱਥ 'ਚ ਨਹੀਂ ਹੁੰਦਾ, ਮਤਲਬ ਅਕੋਰਡਿੰਗ ਟੂ ਦ ਫੈਸਿਲਿਟੀਜ਼ ਕਹਿ ਲਓ, ਸਾਨੂੰ ਚੱਲਣਾ ਪੈਂਦਾ। ਉਹ ਜਰਨੀ ਤੁਹਾਡੀ ਕਿੱਦਾਂ ਹੈਗੀ ਆ? ਜਿਸ ਤਰ੍ਹਾਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਮੈਂ ਸਕੂਲ ਵਿੱਚ ਜੌਬ ਕਰਦੀ ਸਾਂ, ਤੇ ਫਿਰ ਮੇਰੇ ਵਾਸਤੇ ਤਾਂ ਡਿਫਿਕਲਟ ਬਹੁਤ ਸੀ ਆਪਣਾ ਵੀਕਐਂਡ ਤੋਂ ਇਲਾਵਾ ਕਿਧਰੇ ਜਾਣਾ ਜਾਂ ਹੌਲੀਡੇਜ਼ ਵਿੱਚ ਹੀ ਕੰਮ ਕਰਨਾ, ਬੁਕਿੰਗਸ ਵਗੈਰਾ ਲੈਣੀ। ਤੇ ਹੁਣ ਸਕੂਲ ਦੀ ਜੌਬ ਮੈਂ ਕੋਈ 3 ਸਾਲ ਹੋ ਗਏ, 4 ਸਾਲ ਛੋੜ ਦਿੱਤੀ, ਤੇ ਮੈਂ ਹੁਣ ਹੈ ਸਟਿਲ ਸਿਟੀ ਕਾਉਂਸਲ ਦੇ ਨਾਲ ਕੰਮ ਕਰਨੀ ਆ, ਲੇਕਿਨ ਹੈਲਥ ਵਿੱਚ ਆ ਗਈ ਆ। ਤੇ ਉਹ ਜੌਬ ਮੇਰੇ ਵਾਸਤੇ ਸੂਟੇਬਲ ਹੈ, ਫਲੈਕਸੀਬਲ ਟਾਈਮਿੰਗ ਹੈ, ਲੈਸ ਆਵਰਸ ਐਂਡ ਲੈਸ ਡੇਜ਼ ਐਂਡ ਤੇ ਫਿਰ ਜਿਹੜਾ ਵਾ ਨਾ, ਜਿਸ ਤਰ੍ਹਾਂ ਮੇਰੇ ਦਿਲ ਵਿੱਚ ਇੱਕ ਖੁਆਇਸ਼ ਸੀ ਤੇ ਉਹ ਰੱਬ ਮੇਰੇ ਵਾਸਤੇ ਰਸਤੇ ਇਸ ਲਾਈਨ ਖੋਲਦਾ ਗਿਆ। ਤੇ ਮੈਂ ਸਕਾਟਲੈਂਡ ਵਿੱਚ ਇੱਕ ਫੈਸ਼ਨ ਸ਼ੋਅ ਹੋਇਆ ਸੀ ਕੋਈ 3 ਸਾਲ ਪਹਿਲਾਂ, 3-4 ਸਾਲ ਪਹਿਲਾਂ, ਉੱਥੇ ਮੈਨੂੰ ਓਪਰਚੁਨਿਟੀ ਮਿਲੀ ਜਾਣੇ ਦੀ। ਮੈਂ ਉੱਥੇ ਕੰਮ ਕੀਤਾ ਐਜ਼ ਏ ਬੈਕ ਸਟੇਜ ਮੇਕਅਪ ਆਰਟਿਸਟ, ਫੈਸ਼ਨ ਸ਼ੋਅ ਵਿੱਚ ਕੰਮ ਕੀਤਾ, ਇੰਟਰਨੈਸ਼ਨਲ ਫੈਸ਼ਨ ਸ਼ੋਅ ਸੀ ਜੀ, ਕੰਮ ਕੀਤਾ। ਤੇ ਉੱਥੇ ਕੁਝ 3-4 ਮਹੀਨੇ ਬਾਅਦ ਜਿਹੜਾ ਨਾ ਉਹਨਾਂ ਨੇ ਬਿਜ਼ਨਸ ਅਵਾਰਡ ਦਾ ਇੱਕ ਇਵੈਂਟ ਰੱਖਿਆ, ਜਿਤਨੇ ਉੱਥੇ ਸਨ ਔਰਤਾਂ ਬੱਚੀਆਂ ਜਿਹੜੀਆਂ ਮੇਕਅਪ ਆਰਟਿਸਟ ਸਨ ਜਾਂ ਕੋਈ ਮਾਡਲਸ ਕਹਿ ਲਓ, ਸਭ ਤੋਂ ਜ਼ਿਆਦਾ ਵੋਟ ਮੇਰੀ ਆਈ ਮਿਲੀਆਂ ਹੈਗੀਆਂ। ਔਰ ਮੈਨੂੰ ਤੁਹਾਨੂੰ ਪਹਿਲਾ ਅਵਾਰਡ ਉਦੋਂ ਮਿਲਿਆ ਸੀਗਾ? ਪਹਿਲਾ ਅਵਾਰਡ ਮੈਨੂੰ ਸਕਾਟਲੈਂਡ ਜੀ, ਗਲਾਸਗੋ ਤੋਂ ਸਕਾਟਲੈਂਡ ਇੰਟਰਨੈਸ਼ਨਲ ਫੈਸ਼ਨ ਫੈਸਟੀਵਲ ਵਿੱਚ ਜਿਹੜਾ ਨਾ ਮੈਨੂੰ ਅਵਾਰਡ ਮਿਲਿਆ ਇੰਸਪੀਰੇਸ਼ਨਲ ਵੂਮਨ ਆਫ ਦ ਈਅਰ। ਵੈਰੀ ਨਾਈਸ, ਯੈਸ, ਕਿਉਂਕਿ ਉਹਨਾਂ ਦੇ ਹਿਸਾਬ ਨਾਲ, ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ, ਮੈਂ ਫਿਰ ਉਹਨਾਂ ਦੇ ਹਿਸਾਬ ਨਾਲ ਤੇ ਉਸ ਕੈਟਾਗਰੀ 'ਚ ਤੁਸੀਂ ਫਿਟ ਹੁੰਦੇ ਸੀਗੇ ਜਾਂ ਕਿੱਦਾਂ ਹੈਗਾ ਜੀ। ਤੇ ਉੱਥੇ ਫਿਰ ਮੈਨੂੰ ਰੱਬ ਦਾ ਸ਼ੁਕਰ ਹੈ ਵੀ ਰੈਕਗਨੀਸ਼ਨ ਮਿਲਦੀ ਗਈ ਹੈ। ਹਾਂਜੀ, ਰਸਤੇ ਹੋਰ ਮੇਰੇ ਵਾਸਤੇ ਖੁੱਲਦੇ ਗਏ, ਇੰਟਰਨੈਸ਼ਨਲ ਡਿਜ਼ਾਈਨਰ ਸਨ, ਫਿਰ ਉਹ ਵੀ ਉੱਥੇ ਸੀ ਆਪਣੀ ਸ਼ੋਕੇਸ। ਫਿਰ ਅੱਗੇ ਤੁਹਾਡਾ ਆਪੇ ਸਾਰਿਆਂ ਦੇ ਵਿੱਚ ਨਾਮ ਬਣਦਾ ਗਿਆ। ਤੇ ਮੈਂ ਦੇਖਿਆ ਹੈਗਾ ਤੁਹਾਨੂੰ ਕਾਫੀ ਅਵਾਰਡਸ, ਕਾਫੀ ਤੁਸੀਂ ਚੀਜ਼ਾਂ ਹਾਸਲ ਕੀਤੀਆਂ ਹੋਈਆਂ ਆ। ਤੇ ਮੈਨੂੰ ਤੁਹਾਡਾ ਤਾਂ ਪਤਾ ਨਹੀਂ, ਆਈ ਰੀਲੀ ਫੀਲ ਪ੍ਰਾਊਡ। ਮੈਂ ਜਦੋਂ ਤੁਹਾਡਾ ਸਾਰਾ ਪ੍ਰੋਫਾਈਲ ਦੇਖਿਆ, ਸਾਰਾ ਬਹੁਤ ਮੈਨੂੰ ਪ੍ਰਾਊਡ ਫੀਲ ਹੋਇਆ ਕਿ ਬਿਕਾਜ਼ ਮੈਂ ਹਮੇਸ਼ਾ ਕਹਿੰਦੀ ਹੁੰਦੀ ਵੀ ਸਾਡੀਆਂ ਕੁੜੀਆਂ ਨੂੰ ਅੱਗੇ ਆਉਣ ਦਿਓ, ਕਰਨ ਦਿਓ, ਉਹਨਾਂ ਦੇ ਡ੍ਰੀਮਸ ਪੂਰੇ ਕਰਨ ਦਿਓ। ਅੱਜ ਕੱਲ੍ਹ ਤਾਂ ਦੇਖੋ ਸਾਰੇ ਇਕੁਅਲ ਹੈਗੇ, ਕੋਈ ਫਰਕ ਹੀ ਨਹੀਂ ਹੈਗਾ ਕੁੜੀਆਂ ਮੁੰਡਿਆਂ ਵਿੱਚ। ਆਈ ਥਿੰਕ ਕੁੜੀਆਂ ਅਸੀਂ ਲਾਈਫ ਨੂੰ ਜ਼ਿਆਦਾ ਹੈਂਡਲ ਕਰਦੀਆਂ ਆ, ਅਸੀਂ ਘਰ ਵੀ ਸੰਭਾਲਦੇ ਆ, ਕਰ ਵੀ ਸਕਨੇ ਆ ਅੱਛੇ ਤਰੀਕੇ ਨਾਲ, ਅਗਰ ਕਰਨਾ ਚਾਹੀਏ ਤਾਂ ਹਾਂ, ਅਗਰ ਕਰਨਾ ਚਾਹੀਏ ਮਨ ਵਿੱਚ ਇੱਕ ਚੀਜ਼ ਹੋਣੀ ਚਾਹੀਦੀ ਹੈ ਵੀ ਹਾਂ ਅਸੀਂ ਕੋਈ ਚੀਜ਼ ਜਦੋਂ ਕਹਿੰਦੇ ਹੁੰਦੇ ਆਪਾਂ ਠਾਣ ਲਈ ਆਪਾਂ ਕਰਨਾ। ਪਰ ਉਹਦੇ ਨਾਲ ਮੇਰਾ ਖਿਆਲ ਬਹੁਤ ਜ਼ਰੂਰੀ ਹੁੰਦਾ ਕਿ ਅਸੀਂ ਫੈਮਲੀਜ਼ ਨੂੰ, ਆਪਣੇ ਬੱਚਿਆਂ ਨੂੰ ਇਗਨੋਰ ਨਾ ਕਰੀਏ। ਨਹੀਂ ਬਿਲਕੁਲ। ਮਤਲਬ ਦੇਖੋ ਡ੍ਰੀਮ ਸਭ ਦੇ ਹੁੰਦੇ ਆ, ਬੱਚਿਆਂ ਤੋਂ ਲੈ ਕੇ ਸਿਆਣਿਆਂ ਤੱਕ ਦੇ ਸਭ ਦੇ ਇੱਕ ਨਾ ਕੋਈ ਸੁਪਨੇ ਹੁੰਦੇ, ਡ੍ਰੀਮਸ ਹੁੰਦੇ ਆ। ਜ਼ਰੂਰ ਪੂਰੇ ਕਰੋ ਨਾ ਡ੍ਰੀਮਸ ਨੂੰ, ਨਾ ਸੁਪਨਿਆਂ ਨੂੰ, ਲੇਕਿਨ ਆਪਣਿਆਂ ਨੂੰ ਪਿੱਛੇ ਛੱਡ ਕੇ ਨਹੀਂ। ਜਦੋਂ ਮੇਰੇ ਖਿਆਲ ਅਸੀਂ ਆਪਣਿਆਂ ਨੂੰ ਪਿੱਛੇ ਛੱਡ ਕੇ ਕਰਦੇ ਹਾਂ, ਸਾਡੀਆਂ ਦੁਆਵਾਂ ਵੀ ਨਹੀਂ ਅੱਛੀਆਂ ਲੱਗਦੀਆਂ ਹੈਗੀਆਂ, ਤੇ ਸਾਨੂੰ ਦੁਆਵਾਂ ਵੀ ਚਾਹੀਦੀਆਂ ਆ ਸਭ ਦੀਆਂ। ਤੇ ਸੋਫੀਆ ਜੀ, ਜਦੋਂ ਤੁਸੀਂ ਹੁਣ ਅੱਜ ਆਪਣੇ ਆਪ ਨੂੰ ਇਸ ਮੁਕਾਮ ਤੇ ਦੇਖਦੇ ਹੋ, ਤੁਸੀਂ ਕਿੱਦਾਂ ਫੀਲ ਕਰਦੇ ਹੋ ਆਪਣੇ ਆਪ ਦੇ ਵਿੱਚ? ਤੁਸੀਂ ਉਹ ਅਚੀਵ ਕਰ ਲਿਆ ਜੋ ਕਰਨਾ ਚਾਹੁੰਦੇ ਸੀ, ਜਾਂ ਤੁਸੀਂ ਪਹਿਲਾਂ ਸੋਚਿਆ ਸੀ ਤੁਹਾਨੂੰ ਰੋਕ ਦਿੱਤਾ? ਪਹਿਲਾਂ ਮੈਂ ਸੋਚਿਆ ਸੀ, ਜਿਹੜਾ ਇਸ ਹੱਦ ਤੱਕ ਨਹੀਂ ਸੀ ਸੋਚਿਆ। ਸਿਰਫ ਮੇਰੀ ਸੋਚ ਜਾਂ ਖੁਆਇਸ਼ ਹੀ ਹੋਈ ਸੀ ਕਿ ਮੈਂ ਇੱਕ ਪਾਰਲਰ ਆਪਣਾ ਬਸ ਮੇਕਅਪ ਕਰਾਂ, ਕਿਉਂਕਿ ਮੈਂ ਹਾਰਡ ਵਰਕਿੰਗ ਆ, ਕ੍ਰੀਏਟਿਵ ਆ, ਮਨ ਸ਼ੌਕ ਹੈ ਡਿਜ਼ਾਈਨਿੰਗ ਜਿਸ ਤਰ੍ਹਾਂ ਕਰਾਂ, ਤੇ ਬਸ ਉਹ ਕਰਾਂ। ਲੇਕਿਨ ਰੱਬ ਨੇ ਮੈਨੂੰ ਮੇਰੀ ਸੋਚ ਤੋਂ ਜ਼ਿਆਦਾ ਦਿੱਤਾ। ਮਤਲਬ ਤੁਸੀਂ ਸੋਚਿਆ ਨਹੀਂ ਸੀ ਤੁਸੀਂ ਕਦੀ ਇਸ ਪਲੇਟਫਾਰਮ ਤੇ ਸੋਚਿਆ ਵੀ ਮੈਨੂੰ ਇਹ ਇੰਨੇ ਵੱਡੇ ਪਲੇਟਫਾਰਮ ਤੇ ਤੁਸੀਂ ਕੰਮ ਕਰਨੇ ਵਾਸਤੇ ਮਿਲੇਗਾ। ਔਰ ਜਿਸ ਤਰ੍ਹਾਂ ਜ਼ਾਰਾ ਤੁਹਾਨੂੰ ਪਤਾ ਹੈ ਕਿ
ਇੱਕ ਨਹੀਂ ਮੈਨੂੰ ਕੋਈ 4-5 ਅਵਾਰਡ ਰੱਬ ਦਾ ਸ਼ੁਕਰ ਹੈ ਮਿਲ ਗਏ ਜੀ। ਤੇ ਤੁਸੀਂ ਬਾਹਰ ਵੀ ਟਰੈਵਲ ਕਰਦੇ ਹੋ, ਸੇ ਫॉर ਐਗਜ਼ਾਮਪਲ ਤੁਹਾਨੂੰ ਇੰਟਰਨੈਸ਼ਨਲ ਦਾ ਕੋਈ ਤੁਹਾਨੂੰ ਇਵੈਂਟਸ ਆਉਂਦੇ ਕੁਝ? ਜੀ ਮੈਂ ਪਹਿਲਾਂ 2 ਸਾਲ ਪਹਿਲਾਂ ਮੋਰੋਕੋ ਵਿੱਚ ਮੈਨੂੰ ਬੁਲਾਇਆ ਗਿਆ ਸੀ ਬੈਕ ਸਟੇਜ ਜੀ ਦਾ ਕਰਨੇ ਵਾਸਤੇ ਕੰਮ, ਤੇ ਫਸਟ ਟਾਈਮ ਉਹ ਬੁਲਾਇਆ ਗਿਆ ਸੀ ਮੇਰੇ। ਤੇ ਫੈਮਿਲੀ ਨੂੰ ਕੋਈ ਮਾਈਂਡ ਨਹੀਂ, ਤੁਸੀਂ ਬਾਹਰ ਟਰੈਵਲ ਕਰਦੇ ਹੋ, ਹੁਣ ਤੁਸੀਂ ਬਾਹਰ ਜਾਂਦੇ ਹੋ? ਮੇਰੇ ਨਾਲ ਨਹੀਂ, ਜ਼ਾਹਿਰ ਮੇਰੇ ਵਾਸਤੇ ਮੇਰਾ ਹਸਬੈਂਡ ਤੇ ਬੱਚੇ ਤੇ ਹਸਬੈਂਡ ਦੀ ਇਜਾਜ਼ਤ ਸੀ, ਤੇ ਹਸਬੈਂਡ ਨੇ ਜਿਹੜਾ ਵੈ ਨਾ ਉਹ ਥੋੜਾ ਸਾਰਾ ਪਹਿਲਾਂ ਪੇ ਕਰਦੇ ਸਨ, ਦੂਸਰੇ ਮੁਲਕ ਜਾਏਗੀ ਕਿਸ ਤਰ੍ਹਾਂ ਜਾਏਗੀ, ਤੇ ਮੇਰੇ ਬੱਚਿਆਂ ਉਸ ਵਕਤ ਮੇਰੇ ਨਾਲ ਸਟੈਂਡ ਹੋਏ। ਮੇਰਾ ਬੇਟੇ ਜਿਹੜਾ ਨਾ ਆਦੇ ਨੇ ਵੀ ਮੰਮੀ ਨੂੰ ਚਾਂਸ ਮਿਲ ਰਿਹਾ ਤੇ ਡੈਡੀ ਕੋਈ ਗੱਲ ਨਹੀਂ ਜਾਣ ਦਿਓ, ਤੇ ਜ਼ਾਹਿਰ ਨਾਲ ਫਿਰ ਹੋਰ ਜਿਹੜੀਆਂ ਟੀਮ ਸੀ ਸਾਡੀ ਉਹ ਜਾਣਨੇ ਵਾਲੇ ਸਨ, ਤੇ ਉਸ ਤਰ੍ਹਾਂ ਬਿਲਕੁਲ ਸਟ੍ਰੇਂਜ ਬੰਦਿਆਂ ਨਾਲ ਤੇ ਨਹੀਂ ਸਾਂ ਮੈਂ ਗਈ। ਕਮ ਸੇ ਕਮ ਤੁਸੀਂ ਆਪਣੇ ਨਾਲ ਜਾਂਦੇ ਹੋ, ਆਪਣੀ ਤੁਹਾਡੀ ਟੀਮ ਆਪਣੀ ਹੈ, ਉਹਦੇ ਨਾਲ ਤੁਸੀਂ ਸਾਰੇ ਤੇ ਉੱਥੇ ਕੰਮ ਕਰ ਰਹੇ। ਬਹੁਤ ਇੱਕ ਰੱਬ ਦਾ ਸ਼ੁਕਰ ਵੀ ਅਦਾ ਕੀਤਾ, ਔਰ ਬਹੁਤ ਅੱਛਾ ਲੱਗਿਆ, ਫਖਰ ਮਹਿਸੂਸ ਕੀਤਾ ਕਿ ਇੱਕ ਏਸ਼ੀਅਨ ਹੋ ਕੇ ਤੇ ਮੈਂ ਕਿੱਥੇ ਪਹੁੰਚੀ ਹੈਗੀ ਆ, ਕਿੱਥੇ। ਔਰ ਉੱਥੇ ਵੀ ਮੈਨੂੰ ਇੰਟਰਨੈਸ਼ਨਲ ਸੈਲੀਬ੍ਰਿਟੀ ਮੇਕਅਪ ਆਰਟਿਸਟ ਦਾ ਅਵਾਰਡ ਮਿਲਿਆ। ਕਦੀ ਤੁਹਾਨੂੰ ਮੌਕਾ ਮਿਲਿਆ ਕਿ ਤੁਸੀਂ ਆਪਣੇ ਪਿੱਛੇ ਘਰ ਜਾ ਕੇ, ਆਪਣੇ ਪੰਜਾਬ 'ਚ ਜਾ ਕੇ, ਪਾਕਿਸਤਾਨ 'ਚ ਜਾ ਕੇ ਤੁਸੀਂ ਕਦੀ ਕੋਈ ਕੰਮ ਕੀਤਾ ਹੈਗਾ ਆ? ਜੀ ਮੈਂ ਦਸੰਬਰ 'ਚ ਗਈ ਸਾਂ, ਲਾਸਟ ਦਸੰਬਰ। ਤੁਸੀਂ ਉੱਥੇ ਵੀ ਜਾ ਚੁੱਕੇ ਹੋ? ਮੈਂ ਗਈ ਫਸਟ ਟਾਈਮ ਉਹ ਵੀ, ਕਿਉਂਕਿ ਚਾਂਸ ਮਿਲਦੇ ਰਹਿੰਦੇ ਨੇ। ਗਈ ਆ ਉੱਥੇ ਜਾ ਕੇ ਮੈਂ ਪਾਕਿਸਤਾਨੀ ਐਕਟਰੈਸ, ਕਾਫੀ ਮਸ਼ਹੂਰ ਪਾਕਿਸਤਾਨੀ ਲਾਲੀਵੁੱਡ ਦੀ ਐਕਟਰੈਸ ਸਨਾ ਫਖਰ, ਅੱਛਾ ਜੀ ਜੀ, ਉਹਨਾਂ ਦਾ ਮੈਂ ਕੰਮ ਕੀਤਾ ਜੀ। ਔਰ ਆਮ ਸ਼ੋਰ ਤੁਸੀਂ ਪ੍ਰਾਊਡ ਵੀ ਫੀਲ ਕੀਤਾ ਹੋਣਾ ਕਿ ਅੱਜ ਮੈਂ ਆਪਣੀ ਧਰਤੀ ਤੇ ਆਈ ਹੈਗੀ ਆ, ਇੱਥੋਂ ਮੇਰੇ ਸੁਪਨੇ ਜਿਹੜੇ ਜਨਮ ਲਿਆ ਸੀ ਤੁਹਾਡੇ ਸੁਪਨਿਆਂ ਨੇ, ਉਦੋਂ ਕਿੱਥੇ ਜਾ ਕੇ ਤੁਸੀਂ ਕਦੋਂ ਕਿੱਦਾਂ ਪੂਰੇ ਕੀਤੇ ਹੈਗੇ ਆ, ਤੇ ਆਬਵੀਅਸਲੀ ਤੁਸੀਂ ਪ੍ਰਾਊਡ ਵੀ ਫੀਲ ਕੀਤਾ ਹੋਣਾ ਇਸ ਚੀਜ਼ ਦੇ ਲਈ। ਬਿਲਕੁਲ ਤੇ ਬਹੁਤ ਹੀ ਚੰਗਾ ਲੱਗਦਾ ਆ। ਦੇਖੋ ਜਦੋਂ ਅਸੀਂ ਐਦਾਂ ਸੁਣਦੇ ਆ ਕਹਾਣੀ ਕਿਸੇ ਦੀ ਵੀ, ਕਿੱਦਾਂ ਸਟਰਗਲਸ ਕਰਕੇ ਤੁਸੀਂ ਕਿਹੜੇ ਮੁਕਾਮ ਤੋਂ ਕਿਹੜੇ ਮੁਕਾਮ ਤੇ ਪਹੁੰਚਦੇ ਹੈਗੇ ਆ। ਜ਼ਿੰਦਗੀ ਦੀ ਕਹਾਣੀ ਜਿੱਦਾਂ ਤੁਸੀਂ ਵੀ ਪਹਿਲਾਂ ਕਿਹਾ ਆਸਾਨ ਨਹੀਂ ਹੈਗੀ, ਬਹੁਤ ਮੁਸ਼ਕਲਾਂ ਆਉਂਦੀਆਂ ਇਹਦੇ ਵਿੱਚ। ਬੈਠੇ ਅਸੀਂ ਸਾਰੇ ਕਈ ਵਾਰ ਚੰਗੇ ਲੱਗਦੇ ਆ, ਸੋ ਐਂਡ ਸੋ ਉਹ ਜੌਬ ਕਰਦਾ ਬੜਾ ਅੱਛਾ ਆ, ਬੜਾ ਠੀਕ ਆ ਸਾਰਾ ਕੁਝ, ਲੇਕਿਨ ਇਸ ਸਫ਼ਰ ਨੂੰ ਜਦੋਂ ਆਪਾਂ ਤੈਅ ਕਰਨ ਤੁਰ ਪੈਂਦੇ ਆ, ਇਹਦੇ ਵਿੱਚ ਬੜੀਆਂ ਕਠਿਨਾਈਆਂ ਆਉਂਦੀਆਂ, ਜਿੱਦਾਂ ਕਿ ਹੁਣੇ ਸੋਫੀਆ ਜੀ ਨੇ ਵੀ ਤੁਹਾਨੂੰ ਉਹੀ ਗੱਲ ਕੀਤੀ ਹੈਗੀ ਕਿ ਮੁਸ਼ਕਲਾਂ ਇਹਨਾਂ ਨੂੰ ਵੀ ਆਈਆਂ। ਪਹਿਲਾਂ ਫੈਮਿਲੀ ਦੀ ਸਪੋਰਟ ਨਹੀਂ ਸੀਗੀ, ਫਿਰ ਹੌਲੀ ਚਲੋ ਤੁਹਾਨੂੰ ਵੀ ਫੈਮਿਲੀ ਦੀ ਸਪੋਰਟ ਮਿਲੀ। ਅੱਜ ਜਿਹੜੇ ਮੁਕਾਮ ਤੇ ਤੁਸੀਂ ਆਮ ਸ਼ੋਰ ਸਾਰੇ ਜਣੇ ਬਹੁਤ ਹੀ ਪ੍ਰਾਊਡ ਫੀਲ ਕਰ ਰਹੇ ਹੈਗੇ ਆ। ਤੇ ਸੋਫੀਆ ਜੀ ਹੁਣ ਤੁਸੀਂ ਇੰਨੇ ਵੱਡੇ ਪਲੇਟਫਾਰਮ ਤੇ ਮੁਕਾਮ ਤੇ ਤੁਸੀਂ ਪਹੁੰਚ ਗਏ ਹੋ, ਸਾਨੂੰ ਵੀ ਦੇਖਣ ਨੂੰ ਬੜਾ ਚੰਗਾ ਲੱਗਦਾ ਹੈਗਾ ਆ ਵੀ ਤੁਸੀਂ ਕਿਹੜਾ ਆਪਣਾ ਸੁਪਨਾ ਕਦੋਂ ਲਿਆ ਸੀ, ਅੱਜ ਉਹ ਪੂਰਾ ਹੋਇਆ ਹੈਗਾ ਆ। ਵੀ ਫੀਲ ਪ੍ਰਾਊਡ ਇਸ ਵਾ। ਕੋਈ ਇਹੋ ਜਿਹਾ ਕੋਈ ਮੈਸੇਜ ਤੁਸੀਂ ਸਾਡੇ ਜਿੰਨੇ ਵੀ ਇਸ ਵੇਲੇ ਸਾਡੀਆਂ ਖਾਸ ਕਰਕੇ ਸਾਡੀਆਂ ਲੇਡੀਜ਼ ਦੇਖ ਰਹੀਆਂ ਸੰਗਤ ਟੀਵੀ ਤੇ ਸਾਰੇ ਜਣੇ, ਤੁਸੀਂ ਕਿਸੇ ਨੂੰ ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਬਸ ਮੈਂ ਇਹੋ ਕਹਿਣਾ ਚਾਹਾਂਗੀ ਕਿ ਆਪਣੀ ਜਿਹੜੀ ਤੁਸਾਂ ਦੇ ਖੁਆਬ ਹਨ ਤੁਸੀਂ ਜ਼ਰੂਰ ਪੂਰੇ ਕਰੋ, ਲੇਕਿਨ ਕਿਸੇ ਨੂੰ ਫੀਲ ਡਾਊਨ ਕਰਕੇ ਨਹੀਂ ਕਰੋ। ਹਾਰਡ ਵਰਕ ਕਰੋ, ਵਕਤ ਦੀ ਕਦਰ ਕਰੋ। ਜੋਤੀ ਜੀ, ਵਕਤ ਦੀ ਕਦਰ ਜਿਹੜੀ ਹੈ ਨਾ ਹਰ ਇੱਕ ਇਨਸਾਨ ਨੂੰ ਕਰਨੀ ਚਾਹੀਦੀ ਹੈ, ਔਰ ਜੇ ਤੁਸਾਂ ਦੀ ਖੁਆਇਸ਼ ਹੈ ਵੈ ਤੇ ਤੁਸੀਂ ਪੂਰਾ ਕਰ ਸਕਦੇ ਹੋ, ਲੇਕਿਨ ਆਪਣੇ ਬਾਕੀ ਸਾਰੀਆਂ ਜ਼ਿੰਮੇਦਾਰੀਆਂ ਨੂੰ ਧਿਆਨ ਰੱਖ ਕੇ ਤੇ ਕਰਨੇ ਚਾਹੀਦੇ ਨੇ। ਤੇ ਜਿਲੇ ਤੁਸੀਂ ਸਾਰੀਆਂ ਆਪਣੀਆਂ ਜ਼ਿੰਮੇਦਾਰੀਆਂ ਦਾ ਧਿਆਨ ਰੱਖੋਗੇ ਤੇ ਰੱਬ ਤੁਸਾਂ ਦੀ ਮਦਦ ਕਰੇਗਾ, ਹਰ ਇੱਕ ਦੀ ਦੁਆ ਤੁਸਾਂ ਦੇ ਨਾਲ ਹੋਵੇਗੀ, ਤੇ ਤੁਸੀਂ ਆਪਣੇ ਅੱਛੀਆਂ ਸੋਚਾਂ, ਅੱਛੇ ਖੁਆਬ ਆਪਣੇ ਤੁਸੀਂ ਪੂਰੇ ਕਰ ਸਕੋਗੇ। ਜੀ ਬਿਲਕੁਲ, ਬਹੁਤ ਹੀ ਸਹੀ ਕਿਹਾ ਸੋਫੀਆ ਨੇ ਕਿ ਜ਼ਰੂਰ ਤੁਸੀਂ ਆਪਣੇ ਖਾਬ ਪੂਰੇ ਕਰੋ, ਲੇਕਿਨ ਆਪਣੇ ਫੈਮਿਲੀ ਨੂੰ ਪਿੱਛੇ ਨਾ ਸਿੱਟ ਕੇ ਇਗਨੋਰ ਕਰਕੇ ਨਾ ਕਰੋ। ਜੇਕਰ ਤੁਸੀਂ ਸਾਡੇ ਸੋਫੀਆ ਮਹਿਮੂਦ ਜੀ ਨੂੰ, ਇਹਨਾਂ ਨੂੰ ਵੀ ਤੁਸੀਂ ਫੇਸਬੁੱਕ ਤੇ ਵੀ ਮੇਰੇ ਖਿਆਲ ਸਾਡੇ ਸਾਰੇ ਜੁਆਇਨ ਕਰ ਸਕਦੇ ਆ ਤੁਹਾਨੂੰ। ਜੀ ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ। ਮੇਰੇ ਫੇਸਬੁੱਕ ਪੇਜ ਹੈ ਫਿਊਜ਼ਨ ਬਿਊਟੀ ਇੰਟਰਨੈਸ਼ਨਲ, ਤੇ ਇੰਸਟਾਗ੍ਰਾਮ ਦਾ ਵੀ ਸੇਮ ਹੈ ਫਿਊਜ਼ਨ ਬਿਊਟੀ ਇੰਟਰਨੈਸ਼ਨਲ, ਤੁਸੀਂ ਮੈਨੂੰ ਜੁਆਇਨ ਕਰ ਸਕਦੇ ਹੋ। ਜੀ ਬਿਲਕੁਲ, ਤੁਸੀਂ ਸਾਰੇ ਜਣੇ ਇਹਨਾਂ ਨੂੰ ਜੁਆਇਨ ਕਰ ਸਕਦੇ ਹੋ। ਮੇਰਾ ਖਿਆਲ ਸਾਡੇ ਵਾਸਤੇ ਇੱਕ ਬਹੁਤ ਹੀ ਵੱਡੀ ਅੱਜ ਉਦਾਹਰਨ ਆ। ਮੈਨੂੰ ਵੀ ਇੱਕ ਮੌਕਾ ਮਿਲਿਆ ਕਿ ਮੈਂ ਵੀ ਇਹਨਾਂ ਦੇ ਨਾਲ ਬੈਠ ਕੇ ਮੈਂ ਵੀ ਪ੍ਰਾਊਡ ਫੀਲ ਕੀਤਾ ਕਿ ਜਿਹੜੇ ਮੁਕਾਮ ਤੇ ਅੱਜ ਪਹੁੰਚੇ ਹੈਗੇ ਆ। ਮੇਰਾ ਖਿਆਲ ਆ ਸਾਨੂੰ ਲੇਡੀਜ਼ ਨੂੰ ਇੱਕ ਦੂਸਰੇ ਕੋਲੋਂ ਵੀ ਆਈ ਥਿੰਕ ਪਾਵਰਸ ਮਿਲਦੀਆਂ ਹੈਗੀਆਂ, ਡੈਫੀਨੇਟ ਮਿਲਦੀਆਂ ਹੈਗੀਆਂ ਆ, ਤੇ ਉਹ ਪਾਵਰਸ ਦਾ ਪਰ ਸਹੀ ਇਸਤੇਮਾਲ ਕਰੋ, ਸਹੀ ਉਹਨਾਂ ਨੂੰ ਯੂਜ਼ ਕਰੋ। ਇਹ ਤਾਂ ਸੀ ਕਹਾਣੀ ਸਾਡੇ ਸੋਫੀਆ ਮਹਿਮੂਦ ਜੀ ਇਹਨਾਂ ਦੇ ਬਾਰੇ, ਤੇ ਜਿਹੜੇ ਸਾਡੇ ਪਾਕਿਸਤਾਨ ਦੇ ਪੰਜਾਬ ਤੋਂ ਅੱਜ ਸਾਡੇ ਇਸ ਵਿਹੜੇ ਸੰਗਤ ਦੇ ਵਿਹੜੇ ਵਿੱਚ ਅੱਜ ਆਏ ਸੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਕਹਾਣੀ ਤੁਹਾਡੇ ਸਾਰਿਆਂ ਦੇ ਸਾਹਮਣੇ ਰੱਖੀ ਕਿ ਕੋਈ ਵੀ ਚੀਜ਼ ਮੁਸ਼ਕਿਲ ਨਹੀਂ ਹੈਗੀ, ਦਿਲ ਵਿੱਚ ਚਾਹ ਹੋਣੀ ਚਾਹੀਦੀ ਆ। ਤੇ ਇਹਨਾਂ ਦਾ ਮੈਂ ਬਹੁਤ ਹੀ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੀ ਹਾਂ। ਸੋਫੀਆ ਜੀ,
ਜਾਣ ਤੋਂ ਪਹਿਲਾਂ ਮੈਂ ਤੁਹਾਨੂੰ ਚਾਹੁੰਦੀ ਹਾਂ ਕਿ ਤੁਸੀਂ ਸਾਡੇ ਜਿੰਨੇ ਵੀ ਇਸ ਵੇਲੇ ਸੰਗਤ ਟੀਵੀ ਤੇ ਜਿੰਨੀਆਂ ਵੀ ਖਾਸ ਕਰਕੇ ਸਾਡੀਆਂ ਲੇਡੀਜ਼ ਦੇਖ ਰਹੀਆਂ ਉਹਨਾਂ ਵਾਸਤੇ ਕੋਈ ਮੈਸੇਜ ਜਿਹੜਾ ਤੁਸੀਂ ਦੇਣਾ ਚਾਹੁੰਦੇ ਹੋ। ਜੇ ਜੋਤੀ ਜੀ ਮੈਂ ਇਹੋ ਹੀ ਮੈਸੇਜ ਦਿਆਂਗੀ ਕਿ ਤੁਸਾਂ ਦੇ ਜਿਹੜੇ ਕੋਈ ਜਾਇਜ਼ ਅੱਛੇ ख्वाब बन ਤੁਸੀਂ ਜ਼ਰੂਰ ਪੂਰਾ ਕਰੋ ਔਰ ਕਰ ਸਕਦੇ ਹੋ, ਲੇਕਿਨ ਵਕਤ ਦੀ ਕਦਰ ਕਰੋ, ਵੱਡਿਆਂ ਦੀ ਛੋਟਿਆਂ ਦੀ ਇੱਜ਼ਤ ਕਰੋ, ਆਪਣੇ ਜਿਹੜੀਆਂ ਮੇਨ ਰਿਸਪੌਂਸਿਬਿਲਟੀਜ਼ ਹਨ ਉਹਨਾਂ ਨੂੰ ਪਿੱਛੇ ਛੱਡ ਕੇ ਜਾਂ ਦਰਗੁਜ਼ਰ ਕਰਕੇ ਤੇ ਆਪਣੇ ख्वाब ਤੁਸੀਂ ਪੂਰੇ ਨਹੀਂ ਕਰੋ ਪਲੀਜ਼। ਤੁਸੀਂ ਜਿਹੜਾ ਵਾ ਨਾ ਮਿਹਨਤ ਕਰੋ ਔਰ ਰੱਬ ਤੁਸਾਂ ਦੇ ਨਾਲ ਹੋਏਗਾ ਔਰ ਸਭ ਦੀਆਂ ਬਜ਼ੁਰਗਾਂ ਦੀਆਂ ਵੱਡਿਆਂ ਦੀਆਂ ਦੁਆਵਾਂ ਨਾਲ ਹੋਣਗੀਆਂ ਤੇ ਤੁਸੀਂ ਜ਼ਰੂਰ ਕਾਮਯਾਬ ਹੋਵੋਗੇ। ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਿ ਤੁਸੀਂ ਆਪਣਾ ਇੰਨਾ ਕੀਮਤੀ ਟਾਈਮ ਦਿੱਤਾ ਸਾਨੂੰ ਅੱਜ ਆ ਕੇ ਆਪਣੀ ਜਿਹੜੀ ਕਹਾਣੀ ਸਾਡੇ ਨਾਲ ਸ਼ੇਅਰ ਕੀਤੀ। ਆਈ ਰੀਲੀ ਫੀਲ ਪ੍ਰਾਊਡ। ਕਹਿੰਦੇ ਨਹੀਂ ਹੁੰਦੇ ਲੇਡੀਜ਼ ਤੋਂ ਲੇਡੀਜ਼ ਨੂੰ ਇੱਕ ਪਾਵਰ ਵੀ ਮਿਲਦੀ ਆ, ਜਿੱਦਾਂ ਸੋਫੀਆ ਨੇ ਹੁਣੇ ਕਿਹਾ ਕਿ ਆਪਣੇ ਸੁਪਨੇ ਪੂਰੇ ਜ਼ਰੂਰ ਕਰੋ ਲੇਕਿਨ ਆਪਣੀਆਂ ਫੈਮਲੀਜ਼ ਨੂੰ ਪਿੱਛੇ ਛੱਡ ਕੇ ਨਹੀਂ, ਕਿਉਂਕਿ ਫੈਮਲੀ ਦੀ ਜਿਹੜੀ ਦੁਆ ਹੁੰਦੀ ਆ ਉਹ ਬਹੁਤ ਹੀ ਜ਼ਰੂਰੀ ਹੁੰਦੀ। ਉਹਨਾਂ ਦੀਆਂ ਜਿਹੜੀਆਂ ਬਲੈਸਿੰਗਸ ਹੁੰਦੀਆਂ ਆ ਸਾਨੂੰ ਉਹ ਜ਼ਰੂਰ ਚਾਹੀਦੀਆਂ ਹੁੰਦੀਆਂ, ਨਾ ਕਿ ਅਸੀਂ ਕਿਸੇ ਨੂੰ ਦੁਖੀ ਕਰਕੇ ਅਸੀਂ ਉਹਨਾਂ ਨੂੰ ਛੱਡ ਕੇ ਅਸੀਂ ਬਾਹਰ ਜਾਈਏ। ਤੇ ਥੈਂਕ ਯੂ ਸੋ ਮਚ ਸੋਫੀਆ, ਤੁਹਾਡਾ ਬਹੁਤ ਬਹੁਤ ਜੀ। ਤੁਸਾਂ ਦਾ ਵੀ ਜੋਤੀ ਜੀ ਸ਼ੁਕਰੀਆ ਬਹੁਤ ਬਹੁਤ, ਤੁਸਾਂ ਦਾ ਸੰਗਤ ਟੀਵੀ ਦਾ ਪੂਰੀ ਟੀਮ ਦਾ ਸ਼ੁਕਰੀਆ ਬਹੁਤ ਬਹੁਤ। ਨਹੀਂ ਥੈਂਕ ਯੂ ਸੋ ਮਚ। ਇਹ ਤਾਂ ਸੀ ਕਹਾਣੀ ਜ਼ਿੰਦਗੀ ਦੀ ਵਿੱਚ ਜਿਹਦੇ ਵਿੱਚ ਆਪਾਂ ਅੱਜ ਗੱਲ ਕੀਤੀ ਸੀ ਸੋਫੀਆ ਦੇ ਬਾਰੇ। ਅਗਲੇ ਹਫਤੇ ਇੱਕ ਹੋਰ ਨਵੀਂ ਕਹਾਣੀ, ਇੱਕ ਨਵੀਂ ਗੱਲਬਾਤ ਲੈ ਕੇ ਫਿਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਵਾਂਗੀ। ਬਸ ਇਸੇ ਤਰ੍ਹਾਂ ਦੇਖਦੇ ਰਿਹਾ ਕਰੋ ਸੰਗਤ ਟੀਵੀ। ਸਤਿ ਸ਼੍ਰੀ ਅਕਾਲ।